ਅਮਰੀਕਾ ਦੇ ਵਿੱਚ ਇੱਕ ਜਿਹੜਾ ਵਿਅਕਤੀ ਸੀ ਜਾਰਜ ਫਲੋਇਡ, ਉਹਦੀ ਮੌਤ ਹੋਈ ਆ। ਇੱਕ ਪੁਲਿਸ ਆਫੀਸਰ ਨੇ ਉਹਦੀ ਧੌਣ ਦੇ ਉੱਤੇ ਗੋਡਾ ਰੱਖਿਆ ਔਰ ਉਹਦੇ ਨਾਲ ਉਹਦਾ ਸਾਹ ਘੁੱਟ ਗਿਆ। ਸਾਹ ਘੁੱਟ ਕੇ ਉਹ ਮਰ ਗਿਆ। ਉਹਦੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਆ ਉਹਦੇ ਵਿੱਚ ਇਹੀ ਦੱਸਿਆ ਗਿਆ ਕਿ ਸਾਹ ਘੁੱਟਣ ਦੇ ਨਾਲ ਉਹਦੀ ਮੌਤ ਹੋਈ। ਬੰਬ ਟਾਈਪ ਦੀ ਇੱਕ ਚੀਜ਼ ਆ ਜਿਹੜੀ ਡਿੱਗਦੀ ਆ, ਫਟਦੀ ਆ, ਫਿਰ ਉਹਦੇ ਚੰਗਿਆੜੇ ਜਿਹੇ ਵੀ ਨਿਕਲਦੇ, ਵੱਡਾ ਧਮਾਕਾ ਵੀ ਹੁੰਦਾ, ਕਿਸੇ ਦਾ ਨੁਕਸਾਨ ਉਹਦੇ ਨਾਲ ਨਹੀਂ ਹੁੰਦਾ। ਉਹਦੀ ਵਰਤੋਂ ਕੀਤੀ ਜਾ ਰਹੀ ਆ ਭੀੜ ਨੂੰ ਖਿਡਾਉਣ ਦੇ ਲਈ। ਕਿਤੇ ਅਥਰੂ ਗੈਸ ਦੀ ਵਰਤੋਂ ਕੀਤੀ ਜਾ ਰਹੀ ਆ, ਉਹਦੇ ਨਾਲ ਲੋਕਾਂ ਨੂੰ ਭੀੜ ਨੂੰ ਖਿੰਡਾਇਆ ਜਾ ਰਿਹਾ। ਜਿਹੜੇ ਲੋਕ ਇਹ ਵਿਰੋਧ ਕਰ ਰਹੇ ਆ ਕਿ ਇਹ ਰੰਗ ਦੇ ਆਧਾਰ ਦੇ ਉੱਤੇ ਅਸਲ ਦੇ ਵਿੱਚ ਨਸਲਵਾਦ ਦਾ ਇੱਕ ਰੂਪ ਸੀ ਕਿ ਉਸ ਪੁਲਿਸ ਵਾਲੇ ਨੇ ਜਾਰਜ ਫਲੋਇਡ ਨੂੰ ਜਿਹੜਾ ਗੋਡੇ ਥੱਲੇ ਉਹਨੂੰ ਦੇ ਦਿੱਤਾ ਅਤੇ ਜਿਹਦੇ ਨਾਲ ਉਹਦੀ ਮੌਤ ਹੋ ਗਈ। ਉਹਦਾ ਕਸੂਰ ਕੀ ਸੀ ਕਿ ਇੱਕ ਸਟੋਰ ਦੇ ਉੱਤੇ ਉਹ ਗਿਆ, ਸਟੋਰ ਦੇ ਉੱਤੇ ਸ਼ਾਇਦ ਉਹਨੇ ਸਿਗਰਟ ਲਈ ਆ ਅਤੇ $20 ਦਾ ਜਿਹੜਾ ਨੋਟ ਸੀ ਉਹ ਨਕਲੀ ਸੀ ਔਰ ਉਸ ਸਟੋਰ ਦੇ ਮਾਲਕ ਨੇ ਪੁਲਿਸ ਨੂੰ ਕਾਲ ਕੀਤੀ। ਪੁਲਿਸ ਆ ਗਈ, ਉਹਨਾਂ ਨੇ ਉਹਨੂੰ ਫੜ ਲਿਆ, ਜਿੱਥੇ ਸਾਰੀ ਘਟਨਾ ਵਾਪਰ ਗਈ। ਹੁਣ ਅੱਜ ਸਟੋਰ ਦੇ ਮਾਲਕ ਦਾ ਵੀ ਬਿਆਨ ਆਇਆ। ਸਟੋਰ ਦੇ ਮਾਲਕ ਨੇ ਨਹੀਂ, ਉਹਦੇ ਇੱਕ ਇੰਪਲੋਈ ਨੇ ਫ਼ੋਨ ਕੀਤਾ ਸੀ ਔਰ ਉਹਦਾ ਫ਼ੋਨ ਕਰਨਾ ਜਾਇਜ਼ ਨਹੀਂ ਸੀ। 911 ਉਹਨੇ ਕਾਲ ਕੀਤੀ ਸੀ। ਅੱਜ ਜਿਹੜਾ ਉਹ ਸਟੋਰ ਦੇ ਮਾਲਕ ਨੇ ਵੀ ਜਿਹੜੀ ਗੱਲ ਕਹੀ ਆ ਕਿ ਮੈਨੂੰ ਅਫਸੋਸ ਆ ਕਿ ਮੇਰੇ ਇੰਪਲੋਈ ਨੇ ਫ਼ੋਨ ਕੀਤਾ, ਕਿ ਜੇ ਉਹ ਫ਼ੋਨ ਨਾ ਕਰਦਾ ਤਾਂ ਇਹ ਸਾਰਾ ਕੁਛ ਨਾ ਹੁੰਦਾ। ਇਹ ਵੀ ਹੁਣ ਗੱਲ ਕਹੀ ਜਾ ਰਹੀ ਹੈ ਕਿ ਜਾਰਜ ਫਲੋਇਡ ਨੂੰ ਸ਼ਾਇਦ ਪਤਾ ਵੀ ਨਹੀਂ ਸੀ ਕਿ ਜਿਹੜਾ ਉਹ ਨੋਟ ਦੇ ਰਿਹਾ ਉਹਨੂੰ $20 ਦਾ ਉਹ ਨਕਲੀ ਆ। ਹੋ ਸਕਦਾ ਸੀ ਉਹ ਕਦੇ ਇਸ ਗੱਲ ਦੀ ਵੀ ਪੋਸੀਬਿਲਿਟੀ ਹੈ ਕਿ ਉਹਨੂੰ ਪਤਾ ਹੀ ਨਾ ਹੋਵੇ, ਉਹਨੂੰ ਅੱਗਿਓਂ ਕਿਸੇ ਨੇ ਦਿੱਤਾ ਹੋਵੇ ਜਿਹੜਾ ਸਾਰੇ ਦਾ ਸਾਰਾ ਦੋਸ਼ ਉਹਦੇ ਸਿਰ ਲੱਗ ਗਿਆ ਅਤੇ ਉਹਨੂੰ ਆਪਣੀ ਜਾਨ ਗਵਾਉਣੀ ਪੈ ਗਈ। ਔਰ ਇਹ ਇੱਕ ਪੱਖ ਤਾਂ ਇਹਦਾ ਇਹ ਆ ਕਿ ਰੰਗ ਦੇ ਆਧਾਰ ਦੇ ਉੱਤੇ ਨਸਲਵਾਦ ਆ। ਹੁਣ ਇਹਦਾ ਦੂਜਾ ਪੱਖ ਸਾਹਮਣੇ ਜਿਹੜਾ ਆ ਰਿਹਾ ਕਿ ਅਸਲ ਦੇ ਵਿੱਚ ਇਹ ਇਨਜਸਟਿਸ ਦੇ ਵਿਰੋਧ ਦੇ ਵਿੱਚ ਹੋ ਰਹੇ ਪ੍ਰੋਟੈਸਟ ਆ। ਜਿਹੜੇ ਗੋਰੇ ਰੰਗ ਦੇ ਲੋਕ ਆ ਉਹ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋ ਰਹੇ ਆ। ਜਿੱਥੇ ਜਿੱਥੇ ਵਿਰੋਧ ਪ੍ਰਦਰਸ਼ਨ ਹੋ ਰਹੇ ਆ ਉਹਨਾਂ ਦੇ ਵਿੱਚ ਗੋਰੇ ਰੰਗ ਦੇ ਲੋਕ ਬਹੁਤ ਗਿਣਤੀ ਦੇ ਵਿੱਚ, ਇੱਕ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਸ਼ਾਮਲ ਹੋਏ। ਔਰ ਨਿਊਯਾਰਕ ਦਾ ਜਿਹੜਾ ਮੇਅਰ ਆ ਉਹਦੀ ਬੇਟੀ ਇਸ ਇੱਕ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਈ ਆ, ਉਹਨੂੰ ਗ੍ਰਿਫਤਾਰ ਕੀਤਾ ਗਿਆ। ਉਹ ਜਿਹੜੇ ਪ੍ਰੋਟੈਸਟ ਕਰ ਰਹੇ ਲੋਕ ਜਾ ਰਹੇ ਸੀ, ਉਹਨਾਂ ਨੇ ਕੁਝ ਥਾਵਾਂ ਦੇ ਉੱਤੇ ਉੱਦਾਂ ਦੀਆਂ ਹਰਕਤਾਂ ਕੀਤੀਆਂ ਭੰਨ ਤੋੜ ਦੀਆਂ ਕਿ ਉਹਨੂੰ ਗ੍ਰਿਫਤਾਰ ਕਰਨਾ ਪਿਆ, ਜਿਨ੍ਹਾਂ ਦੇ ਵਿੱਚ ਮੇਅਰ ਦੀ ਡਾਟਰ ਵੀ ਹੈ। ਉਹਦੇ ਪਰਿਵਾਰ ਦੇ ਮੈਂਬਰ ਇਹ ਗੱਲ ਮਾਫ਼ੀ ਚਾਹੁੰਦਾ ਮੈਂ ਕਹਿ ਰਹੇ ਆ ਕਿ ਇਹ ਜਿਹੜਾ ਜਾਰਜ ਫਲੋਇਡ ਸੀ ਉਹ ਇੱਦਾਂ ਦਾ ਨਹੀਂ ਸੀ। ਜੇ ਉਹਦਾ ਜੇ ਉਹਨੂੰ ਉਹਦੇ ਹੱਕ ਵਿੱਚ ਜਿਹੜੇ ਧਰਨਾ ਦੇਣ ਵਾਲੇ, ਮੁਜ਼ਾਹਰੇ ਕਰਨ ਵਾਲੇ ਲੋਕ ਇੱਦਾਂ ਕਰ ਰਹੇ ਤਾਂ ਉਹ ਗਲਤ ਆ ਕਿ ਲੁੱਟਾਂ ਖੋਹਾਂ ਕਰਨ ਵਾਲੇ ਜਾਰਜ ਫਲੋਇਡ ਦੇ ਸਮਰਥਕ ਨਹੀਂ ਹੋ ਸਕਦੇ। ਦੂਜੇ ਪਾਸੇ ਵੱਖ-ਵੱਖ ਥਾਵਾਂ ਦੇ ਉੱਤੇ ਬਹੁਤ ਸਾਰੇ ਪੁਲਿਸ ਵਾਲੇ ਵੀ ਉਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋ ਰਹੇ ਨੇ। ਗੱਲ ਬੜੀ ਸਪਸ਼ਟ ਆ, ਜਾਰਜ ਫਲੋਇਡ ਦਾ ਮਾਰਿਆ ਜਾਣਾ ਗਲਤ ਸੀ, ਪਰ ਲੁੱਟਾਂ ਖੋਹਾਂ ਕਰਨੀਆਂ ਵੀ ਉਨੀਆਂ ਹੀ ਗਲਤ ਆ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਹਾਜ਼ਰ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਖਬਰਾਂ ਲੈ ਕੇ। ਅੱਜ ਦੇ ਪ੍ਰੋਗਰਾਮ ਵਿੱਚ ਦੋਸਤੋ ਕੁਝ ਖਾਸ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਉਹਦੇ ਤੋਂ ਬਾਅਦ ਸਰਦਾਰ ਅਜੈਬ ਸਿੰਘ ਜੀ ਸਿਆਟਲ ਤੋਂ ਸਾਡੇ ਨਾਲ ਜੁੜਨਗੇ। ਅਮਰੀਕਾ ਦੇ ਵਿੱਚ ਇਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਨੇ, ਸਿਆਟਲ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ, ਉਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਆਖਰ ਦੇ ਵਿੱਚ ਡਾਕਟਰ ਪ੍ਰਗਟ ਸਿੰਘ ਭੁਰਜੀ ਸਾਡੇ ਨਾਲ ਰੋਜ਼ਾਨਾ ਦੀ ਤਰ੍ਹਾਂ ਗੱਲਬਾਤ ਕਰਨਗੇ, ਸਾਨੂੰ ਜਾਣਕਾਰੀ ਦੇਣਗੇ ਕਿ ਇਸ ਵੇਲੇ ਅਸੀਂ ਕਿਸ ਸਥਿਤੀ ਦੇ ਵਿੱਚ ਹਾਂ। ਖਾਸ ਕਰ ਅੱਜ ਗਲੋਬਲ ਪੇਰੈਂਟਸ ਡੇ ਆ, ਮਾਪਿਆਂ ਦਾ ਦਿਨ ਆ ਅੱਜ ਯੂਨੈਸਕੋ ਵੱਲੋਂ ਮਨਾਇਆ ਜਾਂਦਾ। ਉਸ ਸੰਬੰਧ ਦੇ ਵਿੱਚ ਇੱਕ ਚੰਗੇ ਪੇਰੈਂਟਸ ਕਿੱਦਾਂ ਬਣਿਆ ਜਾ ਸਕਦਾ, ਬੱਚਿਆਂ ਦੀ ਪਾਲਣ ਪੋਸ਼ਣ ਕਿੱਦਾਂ ਕੀਤੀ ਜਾ ਸਕਦੀ ਹੈ, ਇਸ ਵਿਸ਼ੇ ਦੇ ਉੱਤੇ ਵੀ ਥੋੜ੍ਹੀ ਬਹੁਤੀ ਜਾਣਕਾਰੀ ਉਹਨਾਂ ਕੋਲੋਂ ਕੋਵਿਡ-19 ਦੇ ਅਪਡੇਟ ਦੇ ਨਾਲ ਲਵਾਂਗੇ। ਅੱਜ ਦੋਸਤੋ ਜਦੋਂ ਅਸੀਂ ਖਾਸ ਖਬਰਾਂ ਵੱਲ ਧਿਆਨ ਮਾਰਦੇ ਹਾਂ, ਕੈਨੇਡਾ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਕੱਲ੍ਹ ਦੇ ਪ੍ਰੋਟੈਸਟ ਹੋ ਰਹੇ ਨੇ, ਮੁਜ਼ਾਹਰੇ ਹੋ ਰਹੇ ਆ। ਉਹ ਮੁਜ਼ਾਹਰਿਆਂ ਦਾ ਕਾਰਨ ਕੀ ਆ ਕਿ ਅਮਰੀਕਾ ਦੇ ਵਿੱਚ ਇੱਕ ਜਿਹੜਾ ਵਿਅਕਤੀ ਸੀ ਜਾਰਜ ਫਲੋਇਡ, ਉਹਦੀ ਮੌਤ ਹੋਈ ਆ। ਇੱਕ ਪੁਲਿਸ ਆਫੀਸਰ ਨੇ ਉਹਦੀ ਧੌਣ ਦੇ ਉੱਤੇ ਗੋਡਾ ਰੱਖਿਆ ਔਰ ਉਹਦੇ ਨਾਲ ਉਹਦਾ ਸਾਹ ਘੁੱਟ ਗਿਆ। ਸਾਹ ਘੁੱਟ ਕੇ ਉਹ ਮਰ ਗਿਆ। ਉਹਦੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਆ ਉਹਦੇ ਵਿੱਚ ਇਹੀ ਦੱਸਿਆ ਗਿਆ ਕਿ ਸਾਹ ਘੁੱਟਣ ਦੇ ਨਾਲ ਉਹਦੀ ਮੌਤ ਹੋ ਗਈ। ਉਹਦੇ ਵਿਰੋਧ ਦੇ ਵਿੱਚ ਇਕੱਲੇ ਅਮਰੀਕਾ ਦੇ ਵਿੱਚ ਨਹੀਂ, ਕੈਨੇਡਾ ਦੇ ਵਿੱਚ ਨਹੀਂ, ਪੂਰੇ ਯੂਰਪ ਦੇ ਵਿੱਚ, ਦੁਨੀਆ ਦੇ ਵੱਖ-ਵੱਖ ਥਾਵਾਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਆ ਕਿ ਇਹ ਇਨਸਾਫ ਦੀ ਗੱਲ ਨਹੀਂ ਹੈ, ਇਨਸਾਫ ਮਿਲਣਾ ਚਾਹੀਦਾ। ਰੰਗ ਦੇ ਕਾਰਨ ਜਿਹੜਾ ਭੇਦਭਾਵ ਹੋ ਰਿਹਾ, ਜਿਹੜੀ ਨਸਲਵਾਦ ਆ, ਉਹਦੇ ਵਿਰੋਧ ਦੇ ਵਿੱਚ ਲੋਕ ਪ੍ਰਦਰਸ਼ਨ ਕਰ ਰਹੇ ਆ। ਪਰ ਇਹ ਮਾਮਲਾ ਨਸਲਵਾਦ ਤੋਂ ਵੀ ਕਿਤੇ ਹੋਰ ਰੁਖ ਧਾਰਨ ਕਰ ਗਿਆ। ਦੋ ਤਿੰਨ ਗੱਲਾਂ ਇਹਦੇ ਵਿੱਚ ਬਹੁਤ ਸਪਸ਼ਟ ਜਿਹੜੀਆਂ ਹੋਈਆਂ। ਇਸ ਵੇਲੇ ਅਮਰੀਕਾ ਕੋਵਿਡ-19 ਦੀ ਪੂਰੀ ਤਰ੍ਹਾਂ ਮਾਰ ਥੱਲੇ ਆ। ਬਹੁਤ ਹੌਲੀ ਗਿਣਤੀ ਦੇ ਵਿੱਚ, ਹੌਲੀ ਗਤੀ ਦੇ ਵਿੱਚ ਉੱਥੇ ਨੰਬਰ ਆਫ ਕੇਸਿਸ ਘਟ ਰਹੇ ਆ। ਇੰਨੀ ਤੇਜ਼ੀ ਨਾਲ ਨਹੀਂ ਘਟ ਰਹੇ, ਅਜੇ ਵੀ ਮੌਤਾਂ ਹੋ ਰਹੀਆਂ, ਅਜੇ ਵੀ ਰੋਜ਼
ਨਵੇਂ ਕੇਸਿਸ ਉੱਥੇ ਵੱਡੀ ਗਿਣਤੀ ਦੇ ਵਿੱਚ ਆ ਰਹੇ। ਠੀਕ ਆ, ਨਿਊਯਾਰਕ ਦੇ ਵਿੱਚ ਬਹੁਤ ਹੱਦ ਤੱਕ ਥੱਲੇ ਆ ਗਏ, ਪਰ ਬਾਕੀ ਸਾਰੇ ਅਮਰੀਕਾ ਦੇ ਵਿੱਚ ਅਜੇ ਹਾਲਾਤ ਠੀਕ ਨਹੀਂ ਹੋਏ। ਇੱਕ ਵਿਪਤਾ ਨਾਲ ਚੱਲਦੇ ਆ ਇਸ ਵੇਲੇ, ਦੂਜੀ ਵਿਪਤਾ ਜਿਹੜੀ ਉੱਥੇ ਆ ਪਈ ਆ, ਇਸ ਵਿਪਤਾ ਨੇ ਉੱਥੇ ਸਾਰੇ ਲਗਭਗ ਸਾਰੀਆਂ ਸਟੇਟਸ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ ਉੱਥੇ। ਉਹਦੇ ਨਾਲ ਦੂਜਾ ਪੱਖ ਇਹ ਆ ਕਿ ਉੱਥੇ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਹੋਈਆਂ, ਮੌਤਾਂ ਵੀ ਹੋ ਰਹੀਆਂ। ਪੁਲਿਸ ਉੱਥੇ ਕਈ ਤਰ੍ਹਾਂ ਦੇ ਤਰੀਕੇ ਵਰਤ ਰਹੀ ਆ ਭੀੜ ਨੂੰ ਪਰੇ ਹਟਾਉਣ ਦੇ ਲਈ। ਜਿਹੜੇ ਉਹ ਬੰਬ ਟਾਈਪ ਜੀ ਇੱਕ ਚੀਜ਼ ਆ ਜਿਹੜੀ ਡਿੱਗਦੀ ਆ, ਫਟਦੀ ਆ, ਫਿਰ ਉਹਦੇ ਚੰਗਿਆੜੇ ਜਿਹੇ ਵੀ ਨਿਕਲਦੇ, ਵੱਡਾ ਧਮਾਕਾ ਵੀ ਹੁੰਦਾ, ਕਿਸੇ ਦਾ ਨੁਕਸਾਨ ਉਹਦੇ ਨਾਲ ਨਹੀਂ ਹੁੰਦਾ, ਉਹਦੀ ਵਰਤੋਂ ਕੀਤੀ ਜਾ ਰਹੀ ਆ ਭੀੜ ਨੂੰ ਖਿਡਾਉਣ ਦੇ ਲਈ। ਕਿਤੇ ਅਥਰੂ ਗੈਸ ਦੀ ਵਰਤੋਂ ਕੀਤੀ ਜਾ ਰਹੀ ਆ, ਉਹਦੇ ਨਾਲ ਲੋਕਾਂ ਨੂੰ ਭੀੜ ਨੂੰ ਖੰਡਾਇਆ ਜਾ ਰਿਹਾ। ਜਿਹੜੇ ਲੋਕ ਇਹ ਵਿਰੋਧ ਕਰ ਰਹੇ ਆ ਕਿ ਇਹ ਰੰਗ ਦੇ ਆਧਾਰ ਦੇ ਉੱਤੇ ਅਸਲ ਦੇ ਵਿੱਚ ਨਸਲਵਾਦ ਦਾ ਇੱਕ ਰੂਪ ਸੀ ਕਿ ਉਸ ਪੁਲਿਸ ਵਾਲੇ ਨੇ ਜਾਰਜ ਫਲੋਇਡ ਨੂੰ ਜਿਹੜਾ ਗੋਡੇ ਥੱਲੇ ਉਹਨੂੰ ਦੇ ਦਿੱਤਾ ਤੇ ਜਿਹਦੇ ਨਾਲ ਉਹਦੀ ਮੌਤ ਹੋ ਗਈ। ਉਹਦਾ ਕਸੂਰ ਕੀ ਸੀ ਕਿ ਇੱਕ ਸਟੋਰ ਦੇ ਉੱਤੇ ਉਹ ਗਿਆ, ਸਟੋਰ ਦੇ ਉੱਤੇ ਸ਼ਾਇਦ ਉਹਨੇ ਸਿਗਰਟ ਲਈ ਆ ਤੇ $20 ਦਾ ਜਿਹੜਾ ਨੋਟ ਸੀ ਉਹ ਨਕਲੀ ਸੀ, ਔਰ ਉਸ ਸਟੋਰ ਦੇ ਮਾਲਕ ਨੇ ਪੁਲਿਸ ਨੂੰ ਕਾਲ ਕੀਤੀ, ਪੁਲਿਸ ਆ ਗਈ, ਉਹਨਾਂ ਨੇ ਉਹਨੂੰ ਫੜ ਲਿਆ, ਜਿੱਥੇ ਸਾਰੀ ਘਟਨਾ ਵਾਪਰ ਗਈ। ਹੁਣ ਅੱਜ ਸਟੋਰ ਦੇ ਮਾਲਕ ਦਾ ਵੀ ਬਿਆਨ ਆਇਆ, ਸਟੋਰ ਦੇ ਮਾਲਕ ਨੇ ਨਹੀਂ, ਉਹਦੇ ਇੱਕ EMPLOYE ਨੇ ਫ਼ੋਨ ਕੀਤਾ ਸੀ, ਔਰ ਉਹਦਾ ਫ਼ੋਨ ਕਰਨਾ ਜਾਇਜ਼ ਵੀ ਸੀ, 911 ਉਹਨੇ ਕਾਲ ਕੀਤੀ ਸੀ। ਅੱਜ ਜਿਹੜਾ ਉਹ ਸਟੋਰ ਦੇ ਮਾਲਕ ਨੇ ਵੀ ਜਿਹੜੀ ਗੱਲ ਕਹੀ ਆ ਕਿ ਮੈਨੂੰ ਅਫਸੋਸ ਆ ਕਿ ਮੇਰੇ EMPLOYE ਨੇ ਫ਼ੋਨ ਕੀਤਾ, ਕਿ ਜੇ ਉਹ ਫ਼ੋਨ ਨਾ ਕਰਦਾ ਤਾਂ ਇਹ ਸਾਰਾ ਕੁਝ ਨਾ ਹੁੰਦਾ। ਪਰ ਇਹ ਵੀ ਹੁਣ ਗੱਲ ਕਹੀ ਜਾ ਰਹੀ ਹੈ ਕਿ ਜਾਰਜ ਫਲੋਇਡ ਨੂੰ ਸ਼ਾਇਦ ਪਤਾ ਵੀ ਨਹੀਂ ਸੀ ਕਿ ਜਿਹੜਾ ਉਹ ਨੋਟ ਦੇ ਰਿਹਾ ਉਹਨੂੰ $20 ਦਾ ਉਹ ਨਕਲੀ ਆ। ਹੋ ਸਕਦਾ ਸੀ, ਉਹ ਕਹਿੰਦਾ ਇਸ ਗੱਲ ਦੀ ਵੀ ਪੋਸੀਬਿਲਿਟੀ ਹੈ ਕਿ ਉਹਨੂੰ ਪਤਾ ਹੀ ਨਾ ਹੋਵੇ, ਉਹਨੂੰ ਅੱਗਿਓਂ ਕਿਸੇ ਨੇ ਦਿੱਤਾ ਹੋਵੇ, ਜਿਹੜਾ ਸਾਰੇ ਦਾ ਸਾਰਾ ਦੋਸ਼ ਉਹਦੇ ਸਿਰ ਲੱਗ ਗਿਆ ਤੇ ਉਹਨੂੰ ਆਪਣੀ ਜਾਨ ਗਵਾਉਣੀ ਪੈ ਗਈ। ਔਰ ਇਹ ਇੱਕ ਪੱਖ ਤਾਂ ਇਹਦਾ ਇਹ ਆ ਕਿ ਰੰਗ ਦੇ ਆਧਾਰ ਦੇ ਉੱਤੇ ਨਸਲਵਾਦ ਆ। ਹੁਣ ਇਹਦਾ ਦੂਜਾ ਪੱਖ ਸਾਹਮਣੇ ਜਿਹੜਾ ਆ ਰਿਹਾ ਕਿ ਅਸਲ ਦੇ ਵਿੱਚ ਇਹ ਇਨਜਸਟਿਸ ਦੇ ਵਿਰੋਧ ਦੇ ਵਿੱਚ ਹੋ ਰਹੇ ਪ੍ਰੋਟੈਸਟ ਆ। ਇਨਜਸਟਿਸ ਹੋਇਆ ਔਰ ਉੱਥੇ ਰੰਗ ਤੋਂ ਉੱਪਰ ਉੱਠ ਕੇ ਜਿਹੜੇ ਲੋਕ ਆ ਸਾਹਮਣੇ ਆਏ ਆ। ਈਵਨ ਜਿਹੜੇ ਗੋਰੇ ਰੰਗ ਦੇ ਲੋਕ ਆ ਉਹ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋ ਰਹੇ ਆ। ਜਿੱਥੇ ਜਿੱਥੇ ਵਿਰੋਧ ਪ੍ਰਦਰਸ਼ਨ ਹੋ ਰਹੇ ਆ ਉਹਨਾਂ ਦੇ ਵਿੱਚ ਗੋਰੇ ਰੰਗ ਦੇ ਲੋਕ ਬਹੁਤ ਗਿਣਤੀ ਦੇ ਵਿੱਚ, ਇੱਕ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਸ਼ਾਮਲ ਹੋਏ। ਔਰ ਨਿਊਯਾਰਕ ਦਾ ਜਿਹੜਾ ਮੇਅਰ ਆ ਉਹਦੀ ਬੇਟੀ ਇਸ ਇੱਕ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਈ ਆ, ਉਹਨੂੰ ਗ੍ਰਿਫਤਾਰ ਕੀਤਾ ਗਿਆ। ਉਹ ਜਿਹੜੇ ਪ੍ਰੋਟੈਸਟ ਕਰ ਰਹੇ ਲੋਕ ਜਾ ਰਹੇ ਸੀ, ਉਹਨਾਂ ਨੇ ਕੁਝ ਥਾਵਾਂ ਦੇ ਉੱਤੇ ਉੱਦਾਂ ਦੀਆਂ ਹਰਕਤਾਂ ਕੀਤੀਆਂ ਭੰਨ ਤੋੜ ਦੀਆਂ ਕਿ ਉਹਨੂੰ ਗ੍ਰਿਫਤਾਰ ਕਰਨਾ ਪਿਆ, ਜਿਨ੍ਹਾਂ ਦੇ ਵਿੱਚ ਮੇਅਰ ਦੀ ਡਾਟਰ ਵੀ ਆ। ਜਿਹੜੇ ਮੇਨ ਸਟ੍ਰੀਮ ਦੇ ਕੁਝ ਲੋਕ ਸੀਗੇ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਜਿਨ੍ਹਾਂ ਦੇ ਰੰਗ ਦੇ ਆਧਾਰ 'ਤੇ ਕਿ ਇਹ ਰੇਸਿਜ਼ਮ ਕਰ ਰਹੇ, ਉਹ ਵੀ ਬਹੁਤ ਸਾਰੇ ਇਹਦੇ ਵਿੱਚ ਸ਼ਾਮਲ ਹੋਏ ਆ। ਮੈਡੀਕਲ ਐਗਜ਼ਾਮ ਹੋਇਆ, ਜਿਹਦੀਆਂ ਰਿਪੋਰਟਸ ਆਈਆਂ ਜਾਰਜ ਫਲੋਇਡ ਦੀਆਂ, ਉਹਨਾਂ ਨੇ ਦੱਸਿਆ ਕਿ ਇਹ ਇੱਕ ਪੂਰੇ ਦਾ ਪੂਰਾ ਸਿੱਧਾ ਕਤਲ ਆ। ਫਲੈਸ਼ ਬੈਂਗਸ ਵਰਤੇ ਗਏ ਜਦੋਂ ਅੱਜ ਰਾਸ਼ਟਰਪਤੀ ਟਰੰਪ ਨੇ ਸੰਬੋਧਿਤ ਕਰਨਾ ਸੀ ਵਾਈਟ ਹਾਊਸ ਦੇ ਵਿੱਚ, ਉਹਦੇ ਬਾਹਰ ਜਿਹੜੇ ਲੋਕ ਇਕੱਠੇ ਹੋਏ ਆ ਉਹਨਾਂ ਨੂੰ ਉਹ ਧਮਾਕੇ ਜਿਹੜੇ ਇੱਕ ਫਲੈਸ਼ ਬੈਂਗਸ ਜੇ ਉਹ ਵਰਤੇ ਗਏ ਲੋਕਾਂ ਨੂੰ ਉੱਥੋਂ ਪਰੇ ਹਟਾਉਣ ਦੇ ਲਈ। ਪ੍ਰੋਟੈਸਟਰ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਮ੍ਹਾਂ ਹੋਏ ਆ। ਇਹਦੇ ਤੋਂ ਪਹਿਲਾਂ ਕਿ ਰਾਸ਼ਟਰਪਤੀ ਉਹਨਾਂ ਨੇ ਉਹ ਬੋਲਦੇ, ਉਹਨਾਂ ਨੇ ਉੱਥੇ ਲੋਕਾਂ ਨੂੰ ਪਰੇ ਕਰਨ ਦੇ ਲਈ ਤਾਕਤ ਦੀ ਵਰਤੋਂ ਕਰਨੀ ਪਈ। ਰਾਸ਼ਟਰਪਤੀ ਟਰੰਪ ਇਸ ਮਾਮਲੇ ਦੇ ਵਿੱਚ ਬਹੁਤ ਸਖਤ ਨੇ। ਉਹਨਾਂ ਨੇ ਸਾਰੀਆਂ ਸਟੇਟਸ ਦੇ ਗਵਰਨਰ ਨੂੰ ਇਹ ਕਿਹਾ ਆ ਕਿ ਇਹ ਜਿਹੜੇ ਲੁਟੇਰੇ ਆ ਇਹ ਤੁਹਾਡੇ ਨਾਲੋਂ ਤਾਕਤਵਰ ਨਹੀਂ ਹੋਣੇ ਚਾਹੀਦੇ, ਤੁਸੀਂ ਇਹਨਾਂ ਨੂੰ ਓਵਰ ਪਾਵਰ ਕਰੋ। ਔਰ ਇੱਥੇ ਤੱਕ ਵੀ ਗੱਲਬਾਤ ਚੱਲ ਰਹੀ ਆ ਕਿ ਜਿਹੜੀ ਮਿਲਟਰੀ ਆ ਉਹਨੂੰ ਅਸੀਂ ਭੇਜ ਸਕਦੇ ਹਾਂ, ਨੈਸ਼ਨਲ ਗਾਰਡ ਜਿਹੜੀ ਮਿਲਟਰੀ ਆ। ਔਰ ਬਹੁਤ ਸਾਰੇ ਗਵਰਨਰ ਇਸ ਗੱਲ ਦਾ ਵਿਰੋਧ ਵੀ ਕਰ ਰਹੇ ਆ ਕਿ ਅਸੀਂ ਅਮਰੀਕਾ ਦੀ ਮਿਲਟਰੀ ਨੂੰ ਅਮਰੀਕਾ ਦੇ ਸਿਟੀਜ਼ਨ ਦੇ ਖਿਲਾਫ ਕਿੱਦਾਂ ਵਰਤ ਲਈਏ। ਪਰ ਜਿੱਥੇ ਪੀਸਫੁਲ ਪ੍ਰੋਟੈਸਟ ਨੇ, ਜਿੱਥੇ ਸ਼ਾਂਤੀ ਵਾਲੇ ਮੁਜ਼ਾਹਰੇ ਹੋ ਰਹੇ ਆ, ਲੋਕ ਇਸ ਗੱਲ ਦੀ ਮੰਗ ਕਰ ਰਹੇ ਆ ਕਿ ਵਾਈਟ ਸੁਪਰਮੇਸੀ ਖਤਮ ਹੋਣੀ ਚਾਹੀਦੀ ਆ, ਜਿਹੜਾ ਬਲੈਕ ਲਾਈਵ ਮੈਟਰ ਜਾਂ ਦੂਜੇ ਤਰ੍ਹਾਂ ਦੇ ਨਾਅਰੇ ਵੱਖ-ਵੱਖ ਤਰ੍ਹਾਂ ਦੇ ਲੱਗ ਰਹੇ ਆ, ਉੱਥੇ ਕੁਝ ਲੁੱਟਾਂ ਖੋਹਾਂ ਵਾਲੇ ਵੀ ਨਾ ਸਾਰੀ ਚੀਜ਼ਾਂ ਦੇ ਵਿੱਚ ਸ਼ਾਮਲ ਹੋਏ। ਔਰ ਬਿਲਕੁਲ ਇੱਕ ਟਿਪੀਕਲ ਡਿਵੈਲਪਿੰਗ ਕੰਟਰੀ ਸਟਾਈਲ ਜਿਹੜੀ ਲੁੱਟ ਮਾਰ ਆ ਉਹ ਹੋਈ ਆ, ਜਿਹਦੇ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਇਹ ਗਲਤ ਆ। ਜਿਹੜਾ ਜਾਰਜ ਫਲੋਇਡ ਮਾਰਿਆ ਗਿਆ, ਉਹਦੀ ਭੈਣ ਨੇ ਵੀ ਇਹ ਗੱਲ ਕਹੀ ਆ ਕਿ ਜਿਹੜਾ ਉਹਦੇ ਪਰਿਵਾਰ ਦੇ ਮੈਂਬਰ ਇਹ ਗੱਲ, ਮਾਫੀ ਚਾਹੁੰਦਾ ਮੈਂ, ਕਹਿ ਰਹੇ ਆ ਕਿ ਇਹ ਜਿਹੜਾ ਜਾਰਜ ਫਲੋਇਡ ਸੀ ਉਹ ਇੱਦਾਂ ਦਾ ਨਹੀਂ ਸੀ। ਜੇ ਉਹਦੇ ਹੱਕ ਵਿੱਚ ਜਿਹੜੇ ਧਰਨਾ ਦੇਣ ਵਾਲੇ, ਮੁਜ਼ਾਹਰੇ ਕਰਨ ਵਾਲੇ ਲੋਕ ਇੱਦਾਂ ਕਰ ਰਹੇ ਤਾਂ ਉਹ ਗਲਤ ਆ ਕਿ ਲੁੱਟਾਂ ਖੋਹਾਂ ਕਰਨ ਵਾਲੇ ਜਾਰਜ ਫਲੋਇਡ ਦੇ ਸਮਰਥਕ ਨਹੀਂ ਹੋ ਸਕਦੇ। ਦੂਜੇ ਪਾਸੇ ਵੱਖ-ਵੱਖ ਥਾਵਾਂ ਦੇ ਉੱਤੇ ਬਹੁਤ ਸਾਰੇ ਪੁਲਿਸ ਵਾਲੇ ਵੀ ਉਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋ ਰਹੇ ਨੇ। ਜਿਹੜੇ ਗੋਰੇ ਰੰਗ ਦੇ ਲੋਕ ਤਾਂ ਸ਼ਾਮਲ ਹੋ ਹੀ ਨਹੀਂ ਰਹੇ, ਬਹੁਤ ਸਾਰੇ ਪੁਲਿਸ ਵਾਲੇ। ਗੱਲ ਬੜੀ ਸਪਸ਼ਟ ਆ,
ਜਾਰਜ ਫਲੋਇਡ ਦਾ ਮਾਰਿਆ ਜਾਣਾ ਗਲਤ ਸੀ, ਪਰ ਲੁੱਟਾਂ ਖੋਹਾਂ ਕਰਨੀਆਂ ਵੀ ਉਨੀਆਂ ਹੀ ਗਲਤ ਆ। ਇਹ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਉਹਦੇ ਨਾਲ ਜਿਹੜੇ ਕੁਛ ਇਸ ਤਰ੍ਹਾਂ ਦੇ ਨਾਅਰੇ ਵੀ ਲੱਗ ਰਹੇ ਆ ਜਿਹੜੇ ਕਿ ਬੜੇ ਚਿੰਤਾ ਪੈਦਾ ਕਰਨ ਵਾਲੇ ਵੀ ਹੈਗੇ ਆ। ਪੀਸਫੁਲ ਪ੍ਰੋਟੈਸਟ ਫਿਲਡੈਲਫੀਆ ਦੇ ਵਿੱਚ ਹੋ ਰਿਹਾ ਸੀ, ਉੱਥੇ ਕੁਛ ਨਾ ਕੁਛ ਹੋਇਆ, ਉੱਥੇ ਜਿਹੜੀ ਆ ਪੁਲਿਸ ਨੂੰ ਇੰਟਰਫੀਅਰ ਕਰਨਾ ਪਿਆ। ਜਰਸੀ ਸਿਟੀ ਦਾ ਮੇਅਰ ਜਿਹੜਾ ਆ ਉਹ ਪ੍ਰੋਟੈਸਟਰ ਦੇ ਵਿੱਚ ਸ਼ਾਮਲ ਹੋਇਆ ਆਪ, ਇਹ ਪੁਲਿਸ ਰਿਫਾਰਮ ਕਰਨ ਦੇ ਲਈ ਉਹਨੇ ਉਹਦੇ ਵਿੱਚ ਹਿੱਸਾ ਲਿਆ। ਔਰ ਜਦੋਂ ਮੈਂ ਪਹਿਲਾਂ ਦੱਸਿਆ ਕਿ ਜਿਹੜਾ ਸਟੋਰ ਓਨਰ ਸੀ ਉਹਨੇ ਰਿਗਰੈਟ ਕੀਤਾ ਇਸ ਗੱਲ ਦੇ ਉੱਤੇ ਕਿ ਕਾਸ਼ ਮੈਂ ਇਹ ਫੋਨ ਨਾ ਕਰਦਾ। ਔਰ ਵਾਸ਼ਿੰਗਟਨ ਦੇ ਵਿੱਚ ਕੁਝ ਖਬਰਾਂ ਇੱਦਾਂ ਦੀਆਂ ਆ ਰਹੀਆਂ ਕਿ ਪ੍ਰੋਟੈਸਟਰ ਆ ਰਹੇ ਸੀ ਸਾਹਮਣਿਓਂ ਟਰੰਪ ਹੋਟਲ ਦੇ ਬਾਹਰ, ਔਰ ਉੱਥੇ ਜਿਹੜੇ ਆਫੀਸਰ ਸੀਗੇ ਉਹ ਵੀ ਦੂਜੇ ਪਾਸੇ ਖੜ੍ਹੇ ਸੀ, ਔਰ ਉਹ ਜਿਹੜੇ ਆਫੀਸਰ ਸੀ ਉਹ ਵੀ ਪ੍ਰੋਟੈਸਟਰਸ ਦੇ ਨਾਲ ਆਪਣੇ ਗੋਡੇ ਭਾਰ ਝੁਕ ਗਏ। ਤੁਸੀਂ ਉਹ ਫੋਟੋ ਦੇਖੀ ਹੋਊਗੀ ਉਹਦੀ, ਜਿਹੜਾ ਮਾਰਿਆ ਗਿਆ ਜਾਰਜ ਫਲੋਇਡ, ਉਹਦੀ ਫੋਟੋ ਦੇ ਵਿੱਚ ਉਸ ਪੁਲਿਸ ਆਫੀਸਰ ਨੇ ਆਪਣਾ ਇੱਕ ਗੋਡਾ ਉਹਦੀ ਧੌਣ ਦੇ ਉੱਤੇ ਰੱਖਿਆ ਸੀ। ਔਰ ਇਹ ਜਿਹੜਾ ਇੱਕ ਜੈਸਚਰ ਆ ਬੋਡੀ ਦਾ ਜਿਹੜਾ ਰੇਸਿਜ਼ਮ ਦੇ ਖਿਲਾਫ ਵਰਤਦੇ ਸੀ, ਜਿਨ੍ਹਾਂ ਨਾਲ ਰੇਸਿਜ਼ਮ ਹੁੰਦਾ ਸੀ ਉਹ ਲੋਕ, ਉਹਨਾਂ ਦੇ ਪਲੇਅਰ ਬਹੁਤ ਥਾਵਾਂ ਦੇ ਉੱਤੇ ਇਹ ਚੀਜ਼ ਦੀ ਵਰਤੋਂ ਕਰਦੇ ਸੀ। ਇੱਕ ਗੋਡਾ ਥੱਲੇ ਲਾ ਕੇ ਉਹ ਬੈਠਦੇ ਆ, ਜਿਹੜਾ ਇਸ ਗੱਲ ਦਾ ਪ੍ਰਤੀਕ ਆ ਕਿ ਜਿਵੇਂ ਕਿਸੇ ਵਿਅਕਤੀ ਨੂੰ ਗੋਡਿਆਂ ਭਰਨੇ ਕਰਨ ਲਈ ਕਿਹਾ ਜਾਂਦਾ, ਇਸ ਗੱਲ ਦਾ ਪ੍ਰਤੀਕ ਸੀ ਕਿ ਅਜੇ ਵੀ ਰੇਸਿਜ਼ਮ ਹੋ ਰਿਹਾ, ਅਜੇ ਵੀ ਗੁਲਾਮੀ ਹੈਗੀ ਆ। ਉਸੇ ਤਰ੍ਹਾਂ ਦਾ ਜਦੋਂ ਉੱਥੇ ਵਾਸ਼ਿੰਗਟਨ DC ਦੇ ਵਿੱਚ ਪ੍ਰੋਟੈਸਟਰ ਪ੍ਰੋਟੈਸਟ ਕਰ ਰਹੇ ਸੀ, ਉਹਨਾਂ ਨੇ ਉੱਚੀ ਉੱਚੀ ਚੀਖ ਕੇ ਕਿਹਾ ਕਿ ਸਾਡਾ ਸਾਥ ਦਿਓ, ਸਾਡੇ ਨਾਲ ਇਸ ਗੱਲ ਦਾ ਵਿਰੋਧ ਕਰੋ। ਜਿਹੜੇ ਪੁਲਿਸ ਆਫੀਸਰ ਉਹਨਾਂ ਨੂੰ ਰੋਕਣ ਆਏ ਆ, ਉਹਨਾਂ ਦੇ ਵਿੱਚੋਂ ਕੁਛ ਪੁਲਿਸ ਆਫੀਸਰ ਜਿਹੜੇ ਉਹਨਾਂ ਨੇ ਵੀ ਆਪਣਾ ਇੱਕ ਇੱਕ ਗੋਡਾ, ਉਹਨਾਂ ਨੂੰ ਰੋਕਣ ਦੇ ਬਾਵਜੂਦ ਇੱਕ ਇੱਕ ਗੋਡਾ ਆਪਣਾ ਜਿਹੜਾ ਧਰਤੀ ਦੇ ਉੱਤੇ ਲਾ ਕੇ ਗੋਡਿਆਂ ਪਰਨੇ ਹੋ ਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਅਸੀਂ ਤੁਹਾਡੇ ਨਾਲ ਆ, ਭਾਵੇਂ ਪੁਲਿਸ ਦੀ ਡਿਊਟੀ ਕਰ ਰਿਹਾ। ਇਹੀ ਸ਼ਾਇਦ ਇਹਨਾਂ ਦੇਸ਼ਾਂ ਦੀ ਬਿਊਟੀ ਆ ਕਿ ਇੱਥੇ ਇਨਜਸਟਿਸ ਦੇ ਵਿਰੁੱਧ ਕੋਈ ਵੀ ਫਰੀਲੀ ਜਾ ਸਕਦਾ, ਉਹ ਕਿਸੇ ਵੀ ਰੂਪ ਦੇ ਵਿੱਚ ਹੋ ਸਕਦਾ। ਉਹ ਕੋਈ ਮੇਅਰ ਆ, ਕਿਸੇ ਮੇਅਰ ਦੀ ਕੁੜੀ ਆ, ਕੋਈ ਉਹ ਪੁਲਿਸ ਆਫੀਸਰ ਆ, ਉਹਦਾ ਕਿਹੜਾ ਰੰਗ ਆ, ਜਿੱਥੇ ਕਿਤੇ ਵੀ ਕੋਈ ਧੱਕੇਸ਼ਾਹੀ ਹੋਈ ਆ ਲੋਕ ਉਹਦੇ ਖਿਲਾਫ ਉੱਠ ਕੇ ਖੜੇ ਹੋ ਰਹੇ ਆ। ਔਰ ਉਹ ਪ੍ਰੋਟੈਸਟਰ ਦੇ ਨਾਲ ਜਿਹੜੇ ਪੁਲਿਸ ਵਾਲੇ ਆ ਉਹ ਵੀ ਇਸ ਵੀਕਐਂਡ ਦੇ ਉੱਤੇ ਜਿਹੜੀਆਂ ਬਹੁਤ ਥਾਵਾਂ ਦੇ ਉੱਤੇ ਇਹ ਚੀਜ਼ ਦੇਖਣ ਨੂੰ ਮਿਲੀ ਕਿ ਉਹਨਾਂ ਨੇ ਆਪਣਾ ਜੈਸਚਰ ਸ਼ੋਅ ਕੀਤਾ। ਉੱਥੇ CNN ਦਾ ਪੱਤਰਕਾਰ ਲਾਈਵ ਕਵਰੇਜ ਕਰਦਾ ਗ੍ਰਿਫਤਾਰ ਕਰ ਲਿਆ ਗਿਆ ਸੀ ਪੁਲਿਸ ਵੱਲੋਂ। ਤੁਸੀਂ ਸਾਰਿਆਂ ਨੇ ਉਹ ਵੀਡੀਓ ਆਪਣੇ ਟੈਲੀਵਿਜ਼ਨ ਦੇ ਉੱਤੇ ਦੇਖੀ ਸੀ। ਅਜੇ ਵੀ ਇਹ ਕੰਮ ਇਸੇ ਤਰ੍ਹਾਂ ਜਾਰੀ ਆ। ਇੱਕ ਉਹਦੇ ਗ੍ਰਿਫਤਾਰ ਹੋਣ ਦੇ ਨਾਲ ਗੱਲ ਨਹੀਂ ਰੁਕੀ, ਬਹੁਤ ਸਾਰੇ ਜਰਨਲਿਸਟ ਜਿਹੜੇ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ, ਪੁਲਿਸ ਦੁਆਰਾ ਸਟਕ ਕੀਤਾ ਗਿਆ। ਔਰ ਜਦੋਂ ਉਹ ਪ੍ਰੋਟੈਸਟ ਨੂੰ ਕਵਰ ਕਰ ਰਹੇ ਸੀ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਉਦਾਹਰਨਾਂ ਆ ਉਹ ਮਿਲਣ ਨੂੰ ਦੇਖਣ ਨੂੰ ਮਿਲੀਆਂ। ਸ਼ਿਕਾਗੋ ਦੇ ਵਿੱਚ ਖਾਸ ਕਰ ਬਹੁਤ ਸਾਰੇ ਛੋਟੇ ਵੱਡੇ ਜਿਹੜੇ ਬਿਜ਼ਨਸ ਸੀਗੇ ਉਹ ਲੁੱਟੇ ਗਏ। ਲੋਕਾਂ ਨੇ ਉੱਥੇ ਜਾ ਕੇ ਸ਼ੀਸ਼ੇ ਭੰਨ ਕੇ ਅੰਦਰੋਂ ਸਮਾਨ ਚੱਕਿਆ, ਉੱਥੇ ਦੇ ਲਿਕਰ ਸਟੋਰ ਕੁਛ ਜਾਂ ਹੋਰ ਬਹੁਤ ਕੁਛ ਆ। ਪਿਛਲੇ ਵੀਕਐਂਡ ਦੇ ਵਿੱਚ ਜਿਹੜਾ ਇਹ ਸਾਰਾ ਕੁਛ ਉੱਥੋਂ ਦੇਖਣ ਨੂੰ ਮਿਲਿਆ, ਔਰ ਜਿਹੜਾ ਬਹੁਤ ਇੱਕ ਖਤਰਨਾਕ ਚੀਜ਼ ਆ। ਔਰ ਉਹਦੇ ਫਲੋਇਡ ਦੇ ਭਰਾ ਨੇ ਇੱਕ ਬਹੁਤ ਇਮੋਸ਼ਨਲ ਸਪੀਚ ਦਿੱਤੀ ਆ ਉਸੇ ਥਾਂ ਦੇ ਉੱਤੇ ਜਿੱਥੇ ਉਹਨੂੰ ਮਾਰਿਆ ਗਿਆ ਸੀ, ਔਰ ਉਸੇ ਤਰ੍ਹਾਂ ਹੀ ਉਹ ਆਪਣਾ ਇੱਕ ਗੋਡਾ ਧਰਤੀ ਦੇ ਉੱਤੇ ਲਾ ਕੇ ਉਹਨੇ ਉਸ ਜੈਸਚਰ ਦੇ ਵਿੱਚ ਆਪਣਾ ਪ੍ਰੋਟੈਸਟ ਜਿਹੜਾ ਦੱਸਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜਾ ਵਾਇਲੈਂਸ ਆ ਇਹ ਬੰਦ ਹੋਣੀ ਚਾਹੀਦੀ ਆ। ਔਰ ਦੂਜੀ ਗੱਲ ਦੋਸਤੋ ਇਹ ਵੀ ਆ ਕਿ ਰਾਸ਼ਟਰਪਤੀ ਨੇ ਇਹਨਾਂ ਲੋਕਾਂ ਨੂੰ ਪ੍ਰੋਟੈਸਟ ਕਰਨ ਵਾਲਿਆਂ ਨੂੰ ਜਿਹੜੇ ਟੈਰਰਿਸਟ ਮੂਵਮੈਂਟ ਵੀ ਕਿਹਾ ਆ ਕਿ ਇਹਨਾਂ ਨੂੰ ਕਿਸੇ ਨਾ ਤਰ੍ਹਾਂ, ਔਰ ਲੋਕਲ ਪੋਲੀਟੀਸ਼ੀਅਨਸ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਬਲੇਮ ਕੀਤਾ ਜਾ ਰਿਹਾ। ਔਰ ਗਵਰਨਰਸ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕਮਜ਼ੋਰ ਆ, ਔਰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਤੁਸੀਂ ਇਹਨਾਂ ਨੂੰ ਡੋਮੀਨੇਟ ਕਰੋ ਜਿੰਨੀ ਜਲਦੀ ਹੋ ਸਕਦਾ। ਜਿਹੜੇ ਪ੍ਰੋਟੈਸਟ ਕਰਨ ਵਾਲੇ ਹੈਗੇ ਆ, ਬਹੁਤ ਸਾਰੇ ਰਿਟੇਲਰ, ਬਹੁਤ ਸਾਰੇ ਰੈਸਟੋਰੈਂਟ ਪੂਰੇ US ਦੇ ਵਿੱਚ ਬੰਦ ਰਹੇ ਆ ਇਹਨਾਂ ਪ੍ਰੋਟੈਸਟ ਤੋਂ, ਡਰਦੇ ਵੀ ਕਿਤੇ ਭੰਨ ਤੋੜ ਇੱਥੇ ਨਾ ਕਰ ਦੇਣ। ਔਰ ਪੂਰੀ ਦੁਨੀਆ ਦੇ ਵਿੱਚ ਡਬਲਿਨ ਦੇ ਵਿੱਚ US ਐਮਬੈਸੀ ਦੇ ਅੱਗੇ ਪ੍ਰੋਟੈਸਟ ਹੋਏ ਆ, ਯੂਰਪ ਦੇ ਵਿੱਚ ਕਾਫੀ ਥਾਵਾਂ ਦੇ ਉੱਤੇ ਇਸ ਵੀਕਐਂਡ ਦੇ ਉੱਤੇ। ਔਰ ਜਿਹੜਾ ਇੰਗਲੈਂਡ ਦੇ ਵਿੱਚ ਥੇਮਸ ਰਿਵਰ ਦੇ ਕੰਢੇ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰੋਟੈਸਟ ਹੋਏ ਆ, ਨੋ ਜਸਟਿਸ ਨੋ ਪੀਸ ਦੇ ਨਾਅਰੇ ਲੱਗ ਰਹੇ ਆ। ਔਰ ਜਰਮਨ ਦੇ ਵਿੱਚ ਉਹਨਾਂ ਦੀ ਰਾਜਧਾਨੀ ਬਰਲਿਨ ਦੇ ਵਿੱਚ 1500 ਦੇ ਕਰੀਬ ਲੋਕ ਇਕੱਠੇ ਹੋਏ ਆ, ਇੱਕ ਮਾਰਚ ਕੀਤਾ ਉਹਨਾਂ ਨੇ ਫਲੋਇਡ ਦੇ ਕਿਲਿੰਗ ਦੇ ਉੱਤੇ ਜਿਹੜਾ ਇਹਦਾ ਵਿਰੋਧ ਕਰਨ ਦੇ ਲਈ। ਔਰ ਜਿਹੜਾ ਟਰੰਪ ਸਾਹਿਬ ਆ ਉਹਨਾਂ ਨੇ ਕਿਹਾ ਕਿ ਮੈਂ ਜਿਹੜੇ ਫੈਡਰਲ ਟਰੂਪਸ ਆ, ਮਿਲਟਰੀ ਜਿਹੜੀ ਆ ਸਟੇਟਸ ਦੇ ਵਿੱਚ
ਭੇਜੂਗਾ, ਜਿਹਦਾ ਕਿ ਬਹੁਤ ਸਾਰੇ ਲੋਕਾਂ ਨੇ ਵਿਰੋਧ ਕੀਤਾ ਕਿ ਮਿਲਟਰੀ ਅਗੇਂਸਟ ਅਮਰੀਕਨ ਸਿਟੀਜ਼ਨਸ ਇਹ ਨਹੀਂ ਹੋਣੀ ਚਾਹੀਦੀ। ਵੱਖ-ਵੱਖ ਥਾਵਾਂ ਦੇ ਉੱਤੇ ਮੌਤਾਂ ਵੀ ਹੋਈਆਂ ਕੁਛ ਇਹ ਸਾਰੇ ਕਲੈਸ਼ਸ ਦੇ ਵਿੱਚ, ਔਰ ਜਿਹੜੀ ਪੂਰੇ ਸਾਰੇ ਥਾਵਾਂ ਦੇ ਉੱਤੇ ਇਸ ਚੀਜ਼ ਨੇ ਹਿਲਾ ਕੇ ਰੱਖ ਦਿੱਤਾ। ਸੋ ਦੋ ਗੱਲਾਂ ਇਸ ਵੇਲੇ ਸਾਹਮਣੇ ਆਉਂਦੀਆਂ। ਇੱਕ ਇਹਦਾ ਪੱਖ ਇਹ ਆ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਇਹ ਰੇਸਿਜ਼ਮ ਉਸੇ ਤਰ੍ਹਾਂ ਹੋ ਰਿਹਾ, ਜਿਹਦਾ ਇੱਕ ਨਤੀਜਾ ਇਹ ਆ। ਦੂਜਾ ਪੱਖ ਇਹਦਾ ਇਹ ਆ, ਠੀਕ ਆ ਕਿਤੇ ਨਾ ਕਿਤੇ ਇਹ ਗਲਤੀ ਸੀਗੀ, ਇਹਨੂੰ ਕਿਸੇ ਚੀਜ਼ ਨਾਲ ਵੀ ਜੋੜਿਆ ਜਾ ਸਕਦਾ, ਪਰ ਅਮਰੀਕਾ ਦੀ ਬਿਊਟੀ ਜਾਂ ਅਮਰੀਕਾ ਦੀ ਜਿਹੜੀ ਸਟਰੈਂਥ ਇਹ ਆ ਕਿ ਲੋਕ ਇਕੱਠੇ ਹੋ ਕੇ ਇਨਜਸਟਿਸ ਦੇ ਖਿਲਾਫ ਖੜੇ ਹੋਏ ਆ। ਅਗਲੀ ਗੱਲ ਇਹਦੇ ਵਿੱਚ ਦੇਖਣ ਵਾਲੀ ਇਹ ਆ ਕਿ ਪ੍ਰੋਟੈਸਟ ਕਰਨ ਵਾਲੇ ਹੋਰ ਨੇ, ਲੁੱਟਣ ਵਾਲੇ ਹੋਰ ਨੇ। ਜਿਹੜੇ ਸੱਚੀ ਮੁੱਚੀ ਉਹਦੇ ਨਾਲ ਹਮਦਰਦੀ ਰੱਖਦੇ, ਔਰ ਹਰ ਇੱਕ ਵਿਅਕਤੀ ਨੇ, ਚਾਹੇ ਉਹਦਾ ਰੰਗ ਕਿਹੜਾ ਵੀ ਸੀ, ਉਹਨੇ ਜਾਰਜ ਫਲੋਇਡ ਦੇ ਨਾਲ ਹਮਦਰਦੀ ਕੀਤੀ ਆ। ਇਹਨੂੰ ਗਲਤ ਕਿਹਾ, ਕਿਸੇ ਨੇ ਵੀ ਅਜੇ ਤੱਕ ਇਹ ਨਹੀਂ ਕਿਹਾ ਕਿ ਉਹ ਸਹੀ ਹੋਇਆ, ਪਰ ਉਹਦੇ ਨਾਂ ਦੇ ਉੱਤੇ ਜਿਹੜੇ ਕਿਤੇ ਨਾ ਕਿਤੇ ਲੁੱਟ ਖੋਹ ਕਰ ਰਹੇ ਆ, ਹਿੰਸਾ ਕਰ ਰਹੇ ਆ, ਸਟੋਰਾਂ ਨੂੰ ਤੋੜ ਰਹੇ ਆ, ਉਹ ਕਿਸੇ ਤਰ੍ਹਾਂ ਵੀ ਚੰਗੇ ਸਿਟੀਜ਼ਨ ਜਾਂ ਉਹਦੇ ਜਿਹੜੇ ਤੁਸੀਂ ਕਹਿ ਸਕਦੇ ਹੋ ਉਹਦੀ ਮਦਦ ਕਰਨ ਵਾਲੇ ਨਹੀਂ ਆ। ਇਹਨੂੰ ਇਸ ਤਰ੍ਹਾਂ ਵੀ ਫਰਕ ਕਰਨ ਦੀ ਲੋੜ ਆ ਕਿ ਕਿਹੜਾ ਵਿਅਕਤੀ ਚੰਗਾ ਕੰਮ ਕਰ ਰਿਹਾ, ਕਿਹੜਾ ਮਾੜਾ ਕਰ ਰਿਹਾ, ਨਾ ਕਿ ਕਿਸੇ ਰੰਗ ਜਾਂ ਕਿਸੇ ਜਾਤ ਜਾਂ ਕਿਸੇ ਧਰਮ ਦੇ ਆਧਾਰ ਦੇ ਉੱਤੇ ਉਹਨਾਂ ਸਾਰਿਆਂ ਨੂੰ ਵੰਡ ਦੇਣਾ ਚਾਹੀਦਾ ਕਿ ਇਸ ਰੰਗ ਵਾਲੇ ਸਾਰੇ ਮਾੜੇ ਨੇ, ਇਸ ਰੰਗ ਵਾਲੇ ਸਾਰੇ ਰੇਸਿਸਟ ਨੇ। ਇੱਦਾਂ ਵੀ ਨਹੀਂ ਕੀਤਾ ਜਾ ਸਕਦਾ। ਇਸ ਵੇਲੇ ਕੀ ਸਥਿਤੀ ਹੈ ਦੋਸਤੋ, ਸਾਡੇ ਇੱਥੇ ਸਰੀ ਸਟੂਡੀਓ ਜਿੱਥੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਗੁਆਂਢੀ ਸਾਡੇ ਨਾਲ ਲੱਗਦੇ ਸ਼ਹਿਰ ਸਿਆਟਲ ਦੇ ਵਿੱਚ ਸਰਦਾਰ ਅਜੈਬ ਸਿੰਘ ਸਿਆਟਲ ਤੋਂ ਸਾਡੇ ਨਾਲ ਨੇ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਕਿ ਇਸ ਵੇਲੇ ਕੀ ਸਥਿਤੀ ਹੈ। ਸਰਦਾਰ ਅਜੈਬ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਧੰਨਵਾਦ ਜੀ ਸਰ ਜੀ। ਤੇ ਜੋ ਅੱਜ ਦੀ ਜੋ ਸਥਿਤੀ ਤੁਸੀਂ ਦੱਸ ਰਹੇ ਆ ਜੀ, ਤੇ ਅਮਰੀਕਾ ਦੇ ਅੰਦਰ ਚੱਲ ਰਹੀ ਆ, ਤੇ ਜੋ ਤੁਹਾਨੂੰ ਪਤਾ ਵੀ ਪਿਛਲੇ 7 ਦਿਨ ਪਹਿਲਾਂ ਜਾਰਜ ਫਲੋਇਡ ਦੀ ਜੋ ਮੌਤ ਹੋ ਗਈ ਸੀ ਜੀ, ਉਹਦੀ ਵਿਰੋਧ ਦੇ ਵਿੱਚ ਜਿਹੜੀਆਂ ਲਗਾਤਾਰ ਪ੍ਰਦਰਸ਼ਨ ਹੋ ਰਹੇ ਆ, ਜੋ ਇਸ ਵੇਲੇ ਅਮਰੀਕਾ ਦੀ ਘੱਟੋ ਘੱਟ 20 ਸਟੇਟਾਂ ਤੇ 40 ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਜਿਹੜੇ ਪ੍ਰਦਰਸ਼ਨ ਹੋ ਰਹੇ ਆ ਜੀ। ਉਸ ਪ੍ਰਦਰਸ਼ਨ ਦੀ ਉਹਦੇ ਮੰਗ ਦੇ ਵਿੱਚ ਜਿਹੜਾ ਨਾਲ ਨਾਲ ਸਿਆਟਲ ਵੀ ਉਹਦੀ ਗ੍ਰਿਫਤ ਦੇ ਵਿੱਚ ਆਇਆ। ਅੱਛਾ ਜੀ। ਸ਼ੁੱਕਰਵਾਰ ਸ਼ਾਮ ਨੂੰ ਸਿਆਟਲ ਦੇ ਵਿੱਚ ਪ੍ਰਦਰਸ਼ਨ ਆਰੰਭ ਹੋਇਆ ਜੀ, ਤੇ ਜਿਹਦੇ ਵਿੱਚ ਲੋਕ ਕਾਫੀ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਇਕੱਠੇ ਹੋਏ ਆ, ਤੇ ਉਹਨਾਂ ਨੇ ਸਿਆਟਲ ਦੀ ਮੇਅਰ ਜਿਹੜੀ ਆ ਜੈਨੀ ਡਰਕਨ ਉਹਨੂੰ ਵੀ ਮਿਲੇ ਆ। ਪਰ ਉਸ ਤੋਂ ਬਾਅਦ ਪ੍ਰਦਰਸ਼ਨ ਚੱਲਦਾ ਚੱਲਦਾ ਇੱਕ ਵੱਡੀ ਪੱਧਰ ਤੇ ਉਹ ਇੱਕ ਕਲੈਸ਼ ਦੇ ਵਿੱਚ ਵੀ ਜੀ ਪੁਲਿਸ ਦੇ ਨਾਲ ਦੁਆ ਹੋ ਗਿਆ। ਇਹ ਕਿੱਥੇ ਕੋਈ ਪੁਲਿਸ ਦੇ ਨਾਲ ਝੜਪ ਹੋ ਗਈ ਜੀ, ਇਹ ਚਾਈਨਾ ਟਾਊਨ ਦੇ ਵਿੱਚ, ਡਾਊਨ ਟਾਊਨ ਦੇ ਵਿੱਚ। ਅੱਛਾ ਜੀ। ਜਿੱਥੇ ਕਿ ਉਹਦੇ ਨਾਲ ਫਿਰ ਦੇਖੋ ਜੀ, ਜਿਹੜੇ ਇੱਦਾਂ ਦੇ ਪ੍ਰਦਰਸ਼ਨ ਹੁੰਦੇ ਆ ਉਹਦੇ ਵਿੱਚ ਜਿਹੜੇ ਸ਼ਰਾਰਤੀ ਅਨਸਰ ਆ ਉਹ ਹਮੇਸ਼ਾ ਰਲ ਜਾਂਦੇ ਆ, ਜਿਨ੍ਹਾਂ ਨਾਲ ਕੰਮ ਹੁੰਦਾ ਸਾੜ ਫੂਕ ਕਰਨੀ, ਤੇ ਜਾਂ ਕਹਿ ਲਓ ਵੀ ਉਸ ਚੱਲੀ ਹੋਈ ਇੱਕ ਲਹਿਰ ਨੂੰ ਡੀਗ੍ਰੇਡ ਕਰਨਾ ਵੀ ਵਿੱਚ ਇਸ ਤਰ੍ਹਾਂ ਦੇ ਸਾਰੇ ਤਰ੍ਹਾਂ ਦੇ ਲੋਕ ਸ਼ਾਮਲ ਹੋ ਜਾਂਦੇ ਆ ਜੀ। ਜੀ ਜੀ। ਤੇ ਉਹ ਜਿਹੜਾ ਲਗਾਤਾਰ 3 ਦਿਨ ਤੋਂ ਇਹ ਕਰਫਿਊ, ਉਹਨਾਂ ਨੇ ਫਿਰ 3 ਦਿਨ ਤੋਂ ਲਗਾਤਾਰ ਕਰਫਿਊ ਚੱਲ ਰਿਹਾ, ਪਰ ਕਰਫਿਊ ਲੱਗਣ ਦੇ ਬਾਵਜੂਦ ਵੀ ਸਿਆਟਲ ਦੇ ਵਿੱਚ ਲੋਕ ਉਸ ਜਗ੍ਹਾ ਤੇ ਜਾਈ ਜਾ ਰਹੇ ਆ ਜੀ। ਤੇ ਅੱਜ ਵੀ ਜਿੱਦਾਂ ਕਹਿ ਲਓ ਵੀ ਸਿਟੀ ਹਾਲ ਦੇ ਵਿੱਚ ਘੱਟ ਤੋਂ ਘੱਟ 1000 ਤੋਂ 1200 ਬੰਦਾ ਜਿਹੜਾ ਆ ਉਹ ਅੰਡਰਵੇ ਆ। ਦੁਪਹਿਰ ਤੋਂ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਬੜੇ ਪੀਸਫੁਲ ਸ਼ਾਂਤੀ ਦੇ ਨਾਲ, ਤੇ ਪਰ ਉਹਦੀ ਮੁੱਖ ਰੱਖਦੇ ਕਿ ਦੁਬਾਰਾ ਇਸ ਤਰ੍ਹਾਂ ਦੀ ਝੜਪ ਨਾ ਹੋਵੇ। 5 ਵਜੇ ਤੋਂ ਲੈ ਕੇ 6 ਵਜੇ ਤੱਕ ਜਿਹੜਾ ਸਵੇਰ ਦੇ 6 AM ਤੱਕ ਦੁਬਾਰਾ ਫੇਰ ਅੱਜ ਤੀਜੇ ਦਿਨ ਜਿਹੜਾ ਸਿਆਟਲ ਦੇ ਅੰਦਰ ਕਰਫਿਊ ਚਾਲੂ ਹੋ ਗਿਆ। ਪਰ ਉਹਦੇ ਵਿੱਚ ਜਿੱਦਾਂ ਕਾਫੀ ਜਿਹੜੇ ਸੱਜਣ ਮਿੱਤਰ ਉਹਨਾਂ ਦੇ ਕੱਲ ਫੋਨ ਵੀ ਆਇਆ ਸੀ, ਤੇ ਕਾਫੀ ਲੋਕ ਕੈਨੇਡਾ ਤੋਂ ਜੋ ਅਮਰੀਕਾ ਨੂੰ ਆਉਂਦੇ ਆ ਕਿ I-5 ਵੀ ਦੋਨਾਂ ਸਾਈਡਾਂ ਤੋਂ, ਨਾਰਥ ਸਾਈਡ ਤੋਂ ਤੇ ਸਾਊਥ ਸਾਈਡ ਤੋਂ ਜਿਹੜਾ ਉਹ ਬਲੌਕ ਰਿਹਾ, ਕਿਉਂਕਿ ਜਿਹੜੇ ਪ੍ਰਦਰਸ਼ਨਕਾਰੀ ਸੀ ਜਿਸ ਵੇਲੇ ਉਹਨਾਂ ਨੂੰ ਡਾਊਨਟਾਊਨ ਦੇ ਵਿੱਚੋਂ ਖੰਦੇੜ ਦਿੱਤਾ, ਉਹ ਸੜਕਾਂ ਤੇ ਆ ਗਏ। ਓਕੇ। ਤੇ ਉਹਨਾਂ ਨੇ ਸੜਕ ਬਲੌਕ ਕਰ ਦਿੱਤੀ, ਤੇ ਉਸ ਨਾਲ ਵੀ ਲੋਕਾਂ ਨੂੰ ਕਾਫੀ ਮੁਸ਼ਕਿਲ ਪੇਸ਼ ਆਈ ਆ। ਪਰ ਉਹਦੇ ਨਾਲ ਨਾਲ ਹੁਣ ਇਹ ਜਿਹੜਾ ਜੀ ਪਿਊਜਟ ਸਾਊਂਡ ਏਰੀਆ, ਸਿਆਟਲ ਦੀਆਂ ਮੈਨੀ ਸੈਵਰਲ ਸਿਟੀ ਜਿਹੜੀਆਂ ਮਰਸਰ ਆਈਲੈਂਡ ਆ, ਟਕਵਿਲਾ, ਕੁਇੰਟਨ, ਫੈਡਰਲਵੇ, ਟਕੋਮਾ, ਕੈਂਟ, ਰੈਡਮੌਂਡ, ਓਲੰਪੀਆ, ਇਹਨਾਂ ਦੇ ਵਿੱਚ ਵੀ ਪ੍ਰਦਰਸ਼ਨ ਬਹੁਤ ਵੱਡੀ ਪੱਧਰ ਤੇ ਫੈਲ ਗਏ ਆ ਜੀ। ਤੇ ਇਸ ਕਰਕੇ ਹੋ ਸਕਦਾ ਅੱਜ ਰੈਂਟਨ ਤੇ ਮਰਸਰ ਆਈਲੈਂਡ ਦੇ ਵਿੱਚ ਵੀ ਰਾਤ ਨੂੰ ਕਰਫਿਊ ਹੋਵੇ, ਪਰ ਉਹਨਾਂ ਦੇ ਜੀ ਤਰੀਕ ਨਹੀਂ, ਸਮਾਂ ਨਹੀਂ ਤੈਅ ਕੀਤਾ, ਸੌਰੀ ਜੀ ਜੀ। ਸੋ ਇਸ ਕਰਕੇ ਜੀ ਇਹ ਵੱਡੀ ਪੱਧਰ ਤੇ ਜਿਹੜਾ ਚੱਲ ਰਿਹਾ, ਤੇ ਜਿਹੜੀ ਇਹ ਵੈਸਟ ਲੇਕ ਪਾਰਕ ਆ ਉੱਥੇ ਕਾਫੀ ਸਾੜ ਫੂਕ ਹੋਈ ਸੀ ਜੀ। ਅੱਛਾ। ਜੋ ਡਾਊਨਟਾਊਨ ਦੇ ਅੰਦਰ ਚਾਈਨਾ ਟਾਊਨ ਆ, ਉੱਥੇ ਦੀਆਂ ਰਿਪੋਰਟਾਂ ਦੇ ਮੁਤਾਬਕ ਘੱਟੋ ਘੱਟ 70 ਬਿਜ਼ਨਸ 90 ਬਿਜ਼ਨਸ ਜਿਹੜੀ ਉਹਦੀ ਸਾੜ ਫੂਕ ਹੋਈ ਆ।
ਤੇ ਉਸ ਨੂੰ ਮੁੱਖ ਰੱਖਦੇ ਹੋਏ ਅੱਜ ਗੌਰਮੈਂਟ ਨੇ, ਸਿਆਟਲ ਦੀ ਮੇਅਰ ਨੇ, ਸਾਰਿਆਂ ਨੇ ਜਿਹੜੀ ਮੈਟਰੋ ਬੱਸ ਆ ਸਾਰੀਆਂ ਬੰਦ ਕਰ ਦਿੱਤੀਆਂ ਜੀ। ਜੀ। ਤੇ ਜਿਹੜੀਆਂ ਫੈਰੀ ਵੀ ਚੱਲ ਰਹੀਆਂ ਸੀ ਦੂਜੀਆਂ ਸ਼ਹਿਰਾਂ ਨੂੰ, ਦੂਜੇ ਆਈਲੈਂਡ ਨੂੰ, ਉਹ ਵੀ ਜਿਹੜੀ 1 ਘੰਟਾ ਪਹਿਲਾਂ ਐਡਵਾਂਸ ਤੋਰ ਦਿੱਤੇ ਕਿ 6 ਵਜੇ ਕਰਫਿਊ ਸਟਾਰਟ ਹੋਣਾ, ਤਾਂ ਕਿ ਲੋਕ ਕਿਸੇ ਤਰ੍ਹਾਂ ਦਾ ਗਲਤ ਸਾੜ ਫੂਕ ਨਾ ਕਰਨ। ਹਾਂ, ਪੁਲਿਸ ਚੀਫ ਜਿਹੜੀ ਸਿਆਟਲ ਦੀ ਆ ਕੈਰਮਨ ਵੈਸਟ, ਉਹਨਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਆ। ਕੈਂਟ ਦੀ ਮੇਅਰ ਡੈਨਾ ਰੈਲਪ ਨੇ ਵੀ ਇਹ ਅਪੀਲ ਕੀਤੀ ਆ ਕਿ ਤੁਸੀਂ, ਤੁਹਾਡਾ ਹੱਕ ਆ, ਤੁਸੀਂ ਇਹਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਕਰੋ, ਤੇ ਅਸੀਂ ਨਹੀਂ ਚਾਹੁੰਦੇ ਕਿਸੇ ਤਰ੍ਹਾਂ ਦੀ ਸਾੜ ਫੂਕ ਕਰਨੀ ਚਾਹੀਦੀ। ਤੇ ਪਰ ਕੁਛ ਜਿਹੜੇ ਸਾੜ ਫੂਕ ਵਾਲੇ ਬੰਦੇ ਆ ਉਹ 57 ਬੰਦੇ ਫੜੇ ਵੀ ਗਏ ਆ ਜੀ। ਤਾਂ ਉਪਰੰਤ ਜਿਹੜੇ ਗਵਰਨਰ ਦੇ ਹੈਗੇ ਆ, ਵਾਸ਼ਿੰਗਟਨ ਦੇ ਗਵਰਨਰ ਆ ਜੇਐਨਸ ਲਈ, ਉਹਨਾਂ ਨੇ 400 ਨੈਸ਼ਨਲ ਗਾਰਡ ਜਿਹੜੇ ਆ ਉਹ ਸਿਆਟਲ ਡਾਊਨਟਾਊਨ ਦੇ ਵਿੱਚ ਭੇਜੇ ਆ, ਤਾਂ ਕਿ ਸਾੜ ਫੂਕ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ। ਤੇ 200 ਨੈਸ਼ਨਲ ਗਾਰਡ ਜਿਹੜੇ ਆ ਹੈਗੇ ਆ ਉਹ ਬੈਲਵਿਊ ਦੇ ਵਿੱਚ ਭੇਜੇ ਆ। ਇਸੇ ਤਰ੍ਹਾਂ ਸਪੋਕਨ ਦੇ ਵਿੱਚ ਵੀ ਕਾਫੀ ਇਸ ਤਰ੍ਹਾਂ ਪ੍ਰਦਰਸ਼ਨ ਹੋਇਆ ਜੀ। ਤੇ ਬੈਲਵਿਊ ਦੇ ਅੰਦਰ ਵੀ ਰਾਤੀ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਹੋਏ ਆ। ਤੇ ਇਸ ਕਰ ਬੈਲਵਿਊ ਦੇ ਵੀ ਪੁਲਿਸ ਚੀਫ ਸਟੀਵ ਮਾਇਲਟ ਨੇ ਵੀ ਲੋਕਾਂ ਨੂੰ ਅਪੀਲ ਸ਼ਾਂਤੀ ਰਹਿਣ ਦੀ ਕੀਤੀ ਹੈ ਜੀ। ਸੋ ਇਸ ਕਰਕੇ ਪਰ ਜਿੱਥੇ ਨਾਲ ਨਾਲ ਭੰਨ ਤੋੜ ਹੋਈ ਆ ਉਹਦੇ ਵਿੱਚ ਇਹ ਵੀ ਗੱਲ ਹੈ ਜੀ ਕਿ ਦੂਸਰੇ ਦਿਨ ਸਵੇਰ ਨੂੰ ਜਿਹੜੇ ਅਮਨ ਪਸੰਦ ਲੋਕ ਜਾਂ ਹੋਰ ਵੀ ਕਹਿ ਲਓ, ਉਹਨਾਂ ਨੇ ਆ ਕੇ ਸਫਾਈ ਵੀ ਕੀਤੀ ਹੈ ਜੀ। ਡਾਊਨਟਾਊਨ ਦੇ ਅੰਦਰ ਜਿਹੜੀ ਤੋੜ ਭੰਨ ਕੀਤੀ ਸੀ ਜੀ, ਲੋਕਾਂ ਨੇ ਆਪਣੇ ਘਰਾਂ ਦੇ ਵਿੱਚੋਂ ਸਮਾਨ ਲਿਆ ਕੇ ਉਹਦੀ ਸਫਾਈ ਵੀ ਕੀਤੀ ਆ। ਜੋ ਕੰਧਾਂ ਦੇ ਉੱਤੇ ਮਾਰਕ ਬਣਾਏ ਸੀ ਉਹਨਾਂ ਨੂੰ ਵੀ ਢਾਇਆ ਗਿਆ। ਸੋ ਪਰ ਅਜੇ ਜਿਹੜੀ ਸਥਿਤੀ ਹੈ ਜੀ ਬਹੁਤ ਗੰਭੀਰ ਆ, ਤੇ ਇਸ ਕਰਕੇ ਹਜੇ ਵੀ ਜਿਹੜਾ ਅੱਜ 6 ਵਜੇ ਕਰਫਿਊ ਸਟਾਰਟ ਹੋ ਜਾਣਾ। ਤੇ ਜਿਹੜੇ ਵੀਰ ਮੇਰੇ ਭਰਾ ਕੋਈ ਟਰਾਂਸਪੋਰਟੇਸ਼ਨ ਵਾਲੇ ਆਉਂਦੇ ਆ, ਉਹਨਾਂ ਨੂੰ ਬੇਨਤੀ ਆ ਕਿ ਉਹ ਧਿਆਨ ਦੇ ਨਾਲ ਆਪਣਾ ਦੇਖ ਕੇ ਚੱਲਣ। I-5 ਦੀ ਬਜਾਏ ਉਹ ਬਾਹਰ ਦੀ ਜਿਹੜਾ ਰਿੰਗ ਰੋਡ ਆਉਂਦਾ ਆ 405 ਉੱਧਰ ਦੀ ਲੈ ਕੇ ਆ ਸਕਦੇ ਆ ਜੀ। ਸਰਦਾਰ ਅਜੈਬ ਸਿੰਘ ਜੀ, ਜਿਹੜੇ ਲੋਕ ਇਹ ਪ੍ਰੋਟੈਸਟ ਕਰ ਰਹੇ ਆ, ਇਹ ਕੋਈ ਇੱਕ ਰੰਗ ਦੇ ਲੋਕ ਆ ਜਾਂ ਮਿਕਸ ਨੇ? ਕੀ ਹੈ ਇੱਥੇ ਸਥਿਤੀ ਜੀ ਵੈਸੇ? ਨਹੀਂ ਜੀ, ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਕ ਰੰਗ ਦੇ ਲੋਕ ਸਿਰਫ ਕਾਲੇ। ਅਸਲ 'ਚ ਇਨਸਾਫ ਪਸੰਦ ਲੋਕ ਜਿਹੜੇ ਹਰੇਕ ਕਮਿਊਨਿਟੀ ਦੇ ਵਿੱਚੋਂ ਆ ਜੀ। ਇਹਦੇ ਵਿੱਚ ਗੋਰੇ ਵੀ ਜੀ ਆ, ਚੀਨੇ ਵੀ ਆ, ਮਕਸੀਕੇ ਵੀ ਆ, ਤੇ ਕਾਲੇ ਵੀ ਆ, ਹੋਰ ਦੂਜੀਆਂ ਕਮਿਊਨਿਟੀ ਦੇ ਵੀ। ਇੱਥੇ ਤੱਕ ਇਵਨ ਆਪਣੇ ਕਾਫੀ ਅੱਜ ਫੋਟੋਆਂ ਵੀ ਵਾਇਰਲ ਹੋਈਆਂ, ਸਿੱਖ ਕਮਿਊਨਿਟੀਆਂ ਵੀ ਆ। ਸਾਰੇ ਤਰ੍ਹਾਂ ਦੇ ਲੋਕ ਆ ਜਿਹੜੇ ਚਾਹੁੰਦੇ ਆ ਕਿ ਇਹ ਗਲਤ ਹੋਇਆ, ਇਹ ਜਸਟਿਸ ਮਿਲਣਾ ਚਾਹੀਦਾ, ਇਨਸਾਫ ਮਿਲਣਾ ਚਾਹੀਦਾ। ਇਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜੀ, ਪਰ ਸਾਡੇ ਸਿਆਟਲ ਵਿੱਚ ਦੇਖਣ ਨੂੰ ਨਹੀਂ ਆਈ ਇਸ ਤਰ੍ਹਾਂ। ਵੈਸੇ ਸਰਦਾਰ ਅਜੈਬ ਸਿੰਘ ਜੀ, ਆਮ ਤੌਰ 'ਤੇ ਗੱਲ ਕੀਤੀ ਜਾਂਦੀ ਵੀ ਅਮਰੀਕਾ ਦੇ ਵਿੱਚ ਰੇਸਿਜ਼ਮ ਬਹੁਤ ਜ਼ਿਆਦਾ ਆ, ਵੀ ਇਹ ਇੱਕਦਮ ਹੁਣ ਇਸ ਗੁੱਸੇ ਦੇ ਰੂਪ ਦੇ ਵਿੱਚ ਸਾਹਮਣੇ ਆ ਗਿਆ। ਕਦੇ ਤੁਹਾਨੂੰ ਕੀ ਲੱਗਦਾ ਕਿ ਕਿਸ ਕਿਸਮ ਦਾ ਇੱਥੇ ਹੈਗਾ ਜਿੱਦਾਂ ਬਾਕੀ ਦੁਨੀਆ ਦੇ ਵਿੱਚ ਉਸੇ ਤਰ੍ਹਾਂ, ਜਾਂ ਕੁਝ ਜ਼ਿਆਦਾ ਆ ਜੀ ਇੱਥੇ? ਨਹੀਂ, ਵੈਸੇ ਜਿੱਥੋਂ ਥੋੜ੍ਹੀ ਜਿਹੀ ਗੱਲ ਤਾਂ ਦੇਖੋ ਜੀ, ਕਿਸੇ ਵੀ ਤਰ੍ਹਾਂ ਮਿਨੋਰਟੀ ਦੇ ਨਾਲ ਧੱਕਾ ਦਾ ਹੋਣਾ ਸ਼ੁਰੂ ਹੋ ਜਾਂਦਾ। ਜਾਂ ਆਪਾਂ ਪਿੱਛੋਂ ਵੀ ਲੈ ਲਈਏ, ਇਹਨਾਂ ਦੇ ਕਰਦੇ ਰਹੇ ਆ, ਆਪਣੇ ਮਾਰਟਨ ਲੂਥਰ ਕਿੰਗ ਨੇ ਬਹੁਤ ਵੱਡੀ ਜੰਗ ਲੜੀ ਆ, ਹੈ ਨਾ ਜੀ, ਇਨਸਾਫ ਦੇ ਲਈ, ਲੋਕਾਂ ਦੇ ਲਈ, ਸੱਚ ਦੇ ਲਈ। ਤੇ ਪਰ ਉਹ ਤੋਂ ਬਾਅਦ ਕਾਫੀ ਹੱਦ ਤੱਕ ਠੀਕ ਹੋਇਆ, ਪਰ ਕੁਝ ਥਾਵਾਂ ਤੇ ਤਾਂ ਹੋ ਸਕਦਾ। ਪਰ ਜੋ ਇਹ ਕੁਝ ਹੋਇਆ, ਜਿਵੇਂ ਪੁਲਿਸ ਅਫਸਰ ਨੇ ਉਹਨੂੰ ਕੀਤਾ, ਇਹ ਤਾਂ ਇੱਕ ਨਿਆਂ ਦੀ ਗੱਲ ਆ। ਆਪਾਂ ਇਹਨੂੰ ਉਹ ਜਾਂ ਕਹਿ ਲਈਏ ਜੀ ਸਾਡੇ ਨਾਲ ਧੱਕਾ ਹੋਇਆ, ਧੱਕਾ ਦਾ ਜੇ ਕੋਈ ਮੰਨ ਲਓ ਕੱਲ ਨੂੰ ਕੋਈ ਕਾਲਾ ਅਫਸਰ ਹੁੰਦਾ, ਉਹ ਕਿਸੇ ਗੋਰੇ ਨੂੰ ਇਸ ਤਰ੍ਹਾਂ ਮਾਰ ਦਿੰਦਾ, ਫਿਰ ਵੀ ਸ਼ਾਇਦ ਲੋਕ ਇਸ ਤਰ੍ਹਾਂ ਹੀ ਆਉਂਦੇ ਜੀ। ਜੀ ਬਿਲਕੁਲ। ਪਰ ਇਸ ਗੱਲ ਨੂੰ ਬਣਾਇਆ ਜਾ ਰਿਹਾ ਕਿਉਂਕਿ ਕੁਝ ਸਿਆਸਤਦਾਨਾਂ ਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ ਜੀ। ਤੇ ਕਿਉਂਕਿ ਕੁਝ ਸਾਡੇ ਸਰਪੰਚ ਸਾਹਿਬ ਵੀ ਉੱਦਾਂ ਦੇ ਹੀ ਆ, ਟਰੰਪ ਸਾਹਿਬ, ਤੇ ਉਹ ਵੀ ਇਸ ਚੀਜ਼ ਦਾ ਕੁਝ ਲਾਹਾ ਲੈਣਾ ਚਾਹੁੰਦੇ ਵੀ ਕਿਸੇ ਤਰ੍ਹਾਂ, ਕਿਉਂਕਿ ਉਹ ਕਰੋਨਾ ਵਾਇਰਸ ਦੇ ਵਿੱਚੋਂ ਪੂਰੀ ਤਰ੍ਹਾਂ ਸਰਕਾਰ ਜਿਹੜੀ ਆ ਸਫਲ ਹੋ ਗਈ ਆ ਇਹਨੂੰ ਸਾਂਭਣ ਦੇ ਲਈ। ਹੁਣ ਉਹਨਾਂ ਨੂੰ ਇੱਕ ਮੁੱਦਾ ਮਿਲ ਗਿਆ, ਇਹਨੂੰ ਵੀ ਥੋੜ੍ਹਾ ਜਿਹਾ ਉਹ ਵਧੀਆ ਸ਼ਾਂਤੀਪੂਰਨ ਚੱਲ ਰਿਹਾ ਸੀ, ਸਿਆਸੀ ਲੋਕਾਂ ਦੇ ਵਿੱਚ ਪੈ ਕੇ ਇਹਨੂੰ ਸਾੜ ਫੂਕ ਦੇ ਵਿੱਚ ਲੈਣ ਦਾ, ਤਾਂ ਕਿ ਲੋਕਾਂ ਨੂੰ ਸ਼ੋਅ ਕੀਤਾ ਜਾਵੇ ਵੀ ਇਹ ਲੋਕ ਹੈ ਇਸ ਤਰ੍ਹਾਂ ਦੇ ਆ, ਜਦ ਕਿ ਇਸ ਤਰ੍ਹਾਂ ਦੀ ਗੱਲ ਹੈ ਨਹੀਂ ਜੀ ਮੇਰੇ ਖਿਆਲ ਨਾਲ। ਜੀ ਬਿਲਕੁਲ, ਲੋਕ ਬੜੇ ਪਿਆਰ ਨਾਲ ਸਾਰੇ ਰਹਿੰਦੇ ਆ ਨਾ ਜੀ। ਹਾਂਜੀ ਜੀ। ਸਰਦਾਰ ਅਜੈਬ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਔਰ ਬਿਲਕੁਲ ਉਸ ਏਰੀਏ ਦੇ ਵਿੱਚੋਂ ਜਿੱਥੇ ਸਾਰਾ ਕੁਝ ਵਾਪਰ ਰਿਹਾ ਸਾਨੂੰ ਜਾਣਕਾਰੀ ਦਿੱਤੀ। ਬਹੁਤ ਬਹੁਤ ਸ਼ੁਕਰੀਆ ਸਰਦਾਰ ਅਜੈਬ ਸਿੰਘ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਸਾਰੇ ਦਰਸ਼ਕਾਂ ਦਾ ਧੰਨਵਾਦ ਜੀ। ਸ਼ੁਕਰੀਆ ਜੀ। ਦੋਸਤੋ, ਇਹ ਸਨ ਸਰਦਾਰ ਅਜੈਬ ਸਿੰਘ ਸਿਆਟਲ ਤੋਂ। ਔਰ ਦੋਸਤੋ, ਇਹ ਬਹੁਤ ਕਮਾਲ ਦੀ ਗੱਲ ਆ ਕਿ ਅਸਲ ਦੇ ਵਿੱਚ ਮਾਮਲਾ ਇਹ ਇਨਸਾਫ ਦਾ ਆ। ਉਸ ਵਿਅਕਤੀ ਨੂੰ ਇਨਸਾਫ ਮਿਲਣਾ ਚਾਹੀਦਾ, ਇਹਦੇ ਵਿੱਚ ਹੋਰ ਕਿਸਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਔਰ ਜਿਹੜਾ ਵੀ ਇਨਸਾਫ ਪਸੰਦ ਵਿਅਕਤੀ ਆ ਉਹ ਇਹਨਾਂ ਦਾ ਸਾਥ ਦਊਗਾ, ਇਨਸਾਫ ਮੰਗੂਗਾ। ਔਰ ਦੋਸਤੋ, ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਅਸੀਂ ਅੱਜ ਗੱਲਬਾਤ ਕਰਨੀ ਹੈ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਦੇ ਨਾਲ।
ਕੋਵਿਡ-19 ਬਾਰੇ ਕੀ ਇਸ ਵੇਲੇ ਸਥਿਤੀ ਹੈ। ਅੱਜ ਗਲੋਬਲ ਪੇਰੈਂਟਸ ਡੇ ਵੀ ਆ। ਕਿਸ ਤਰ੍ਹਾਂ ਜਿਹੜੀ ਪੇਰੈਂਟਿੰਗ ਕਰਨੀ ਚਾਹੀਦੀ ਆ, ਬੱਚਿਆਂ ਦਾ ਖਿਆਲ, ਉਹਨਾਂ ਦੀ ਪਾਲਣ ਪੋਸ਼ਣ। ਡਾਕਟਰ ਪ੍ਰਗਟ ਸਿੰਘ ਭੁਰਜੀ ਬੱਚਿਆਂ ਦੇ ਸਪੈਸ਼ਲਿਸਟ ਨੇ, ਜਿਹੜੀ ਉਸ ਕੰਮ ਦੇ ਵਿੱਚ ਇਹਨਾਂ ਦੀ ਸਪੈਸ਼ੈਲਿਟੀ ਆ। ਸੋ ਇਹਨਾਂ ਦੇ ਨਾਲ ਕੁਛ ਗੱਲਬਾਤ ਆਪਾਂ ਅੱਜ ਇਸ ਵਿਸ਼ੇ ਦੇ ਉੱਤੇ ਕਰਦੇ ਹਾਂ, ਅਤੇ ਫਿਰ ਕੋਵਿਡ-19 ਬਾਰੇ ਪ੍ਰੋਗਰਾਮ ਦੇ ਆਖਰ ਵਿੱਚ ਜਿਹੜਾ ਇਹਨਾਂ ਨੂੰ ਸਵਾਲ ਕਰਾਂਗੇ ਇਸ ਵੇਲੇ ਦੁਨੀਆ ਦੇ ਵਿੱਚ ਕੀ ਸਥਿਤੀ ਹੈ। ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ ਦੇ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਇਹ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਕਰੀਏ ਅੱਜ ਕੋਵਿਡ-19 ਬਾਰੇ, ਇੱਕ ਸਵਾਲ ਅੱਜ ਅਸੀਂ ਤੁਹਾਡੇ ਨਾਲ ਕਰਨਾ ਚਾਹੁੰਦੇ ਹਾਂ ਗਲੋਬਲ ਪੇਰੈਂਟਸ ਡੇ ਦੇ ਉੱਤੇ। ਪਹਿਲੇ ਵੇਲਿਆਂ ਦੇ ਵਿੱਚ ਜਦੋਂ ਅਸੀਂ ਇੰਡੀਆ ਤੋਂ ਆਏ ਹਾਂ, ਮਾਪਿਆਂ ਨੂੰ ਇੰਨਾ ਕੁ ਪਤਾ ਹੁੰਦਾ ਸੀ ਕਿ ਬੱਚੇ ਜਨਮ ਲੈਂਦੇ ਉਹਦੇ ਤੋਂ ਬਾਅਦ ਆਪੇ ਹੀ ਪਲ ਜਾਂਦੇ ਆ, ਉਹਨਾਂ ਨੂੰ ਕੋਈ ਖਾਸ ਕਿਸਮ ਦੀ ਕੋਈ ਟ੍ਰੇਨਿੰਗ ਨਹੀਂ ਸੀ ਹੁੰਦੀ, ਜਿਹੜੀ ਇੱਧਰ ਉੱਧਰੋਂ ਸਿੱਖੀ ਗੱਲ ਹੁੰਦੀ ਸੀ। ਕੀ ਕੈਨੇਡਾ ਵਰਗੇ ਦੇਸ਼ ਦੇ ਵਿੱਚ ਜਾਂ ਅਮਰੀਕਾ ਵਰਗੇ ਦੇਸ਼ ਦੇ ਵਿੱਚ ਜਿੱਥੇ ਅਸੀਂ ਆ ਕੇ ਰਹਿੰਦੇ ਹਾਂ ਹੁਣ, ਇਹ ਪੇਰੈਂਟਿੰਗ ਦੀ ਖਾਸ ਟ੍ਰੇਨਿੰਗ ਚਾਹੀਦੀ ਹੈ? ਬੱਚਿਆਂ ਦਾ ਪਾਲਣ ਪੋਸ਼ਣ ਕਿੱਦਾਂ ਕਰਨਾ, ਇਹਦੀ ਕੋਈ ਕੋਰਸ ਕਰਨਾ ਚਾਹੀਦਾ, ਜਾਂ ਇੱਥੇ ਵੀ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਉੱਥੇ ਸੀ? ਦੇਖੋ, ਜਿਹੜਾ ਲਫ਼ਜ਼ ਪੈਰੈਂਟ ਹੈਗਾ, PARENT ਜੀ, ਅਗਰ ਆਪਾਂ ਇਹਨੂੰ ਦੋ ਲਫ਼ਜ਼ਾਂ ਵਿੱਚ ਸਪਲਿਟ ਕਰੀਏ ਤੇ PA ਤੋਂ ਬਾਅਦ Y ਪਾ ਦਈਏ ਤਾਂ ਉਹਦਾ ਅਰਥ ਹੁੰਦਾ ਪੇ ਰੈਂਟ। ਸੋ ਸਾਨੂੰ ਆਪਣਾ ਸਮਾਂ, ਆਪਣੀ ਕਦਰਾਂ ਕੀਮਤਾਂ, ਆਪਣੇ ਰਿਸੋਰਸਿਸ, ਆਪਣੇ ਖਿਆਲ, ਆਪਣੀ ਬੁੱਧੀ, ਆਪਣੇ ਜਜ਼ਬੇ, ਆਪਣੀ ਭਾਵਨਾਵਾਂ, ਸਾਰੀਆਂ ਟਾਈਮ ਉਹਨਾਂ 'ਚ ਇਨਵੈਸਟ ਕਰਨਾ ਪੈਂਦਾ। ਦੇਖੋ, ਬੱਚਾ ਬਹੁਤ ਹੀ ਇੱਕ ਪਿਆਰਾ ਅਨਮੋਲ ਹੀਰਾ, ਭਾਵੇਂ ਉਹ ਬੱਚਾ ਮੁੰਡਾ ਹੋਵੇ, ਕੁੜੀ ਹੋਵੇ, ਜਿਹੜਾ ਮਰਜ਼ੀ ਹੋਵੇ, ਤੁਹਾਡੀ ਝੋਲੀ 'ਚ ਮਹਾਰਾਜ ਨੇ ਪਾਇਆ, ਲੇਕਿਨ ਉਹਨੂੰ ਕਿੱਦਾਂ ਪਾਲਣਾ ਪੋਸਣਾ, ਇਹ ਇਨਸਟਿੰਕਟ ਤੇ ਹਰ ਇੱਕ ਪੈਰੈਂਟ 'ਚ ਹੁੰਦੀ ਆ। ਭਾਵੇਂ ਉਹ ਬੇਸਿਕ ਪੜ੍ਹਿਆ ਹੋਏ, ਜ਼ਿਆਦਾ ਪੜ੍ਹਿਆ ਹੋਏ, ਭਾਵੇਂ ਉਹ ਬਿਜ਼ਨਸ ਦਾ ਬਹੁਤ ਮਾਹਿਰ ਹੋਏ, ਇੰਟਲੈਕਚੁਅਲ ਹੋਵੇ, ਲੇਕਿਨ ਜਿਹੜੀ ਇਨਸਟਿੰਕਟ ਹੁੰਦੀ ਆ, ਪਾਲਣ ਦੀ ਇਨਸਟਿੰਕਟ ਹੁੰਦੀ ਆ, ਉਹ ਹਰ ਪੈਰੈਂਟ 'ਚ ਹੁੰਦੀ ਆ। ਜਦੋਂ ਬੱਚਾ ਮਾਤਾ ਦੇ ਗਰਭ 'ਚ ਆ, ਉਹਦੀ ਛਾਤੀ 'ਚ ਦੁੱਧ ਬਣਨਾ ਪਹਿਲੋਂ ਹੀ ਸ਼ੁਰੂ ਹੋ ਗਿਆ। ਔਰ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਬਹੁਤ ਸਾਰੀਆਂ ਆਪਣੀਆਂ ਮੇਰੀਆਂ ਧੀਆਂ ਭੈਣਾਂ ਮਾਤਾਵਾਂ ਬੱਚਿਆਂ ਨੂੰ ਆਪਣਾ ਦੁੱਧ ਦਿੰਦੀਆਂ। ਉਹ ਸਭ ਤੋਂ ਵਧੀਆ ਕਰਮ ਹੈਗਾ ਜਿਹਦੇ ਨਾਲ ਬੌਂਡਿੰਗ ਸ਼ੁਰੂ ਹੁੰਦੀ ਆ। ਬੱਚਾ ਜਦੋਂ ਮਾਂ ਦਾ ਦੁੱਧ ਪੀਂਦਾ, ਉਹਦੇ ਅੱਖਾਂ ਵੱਲ ਦੇਖਦਾ, ਉਹਦੀ ਸਮੈਲ ਜਿਹੜੀ ਹੈਗੀ ਆ ਉਹਨੂੰ ਜਿਹੜੀ ਹੈਗੀ ਆ ਇੱਕ ਸਕੂਨ ਮਹਿਸੂਸ ਕਰਦੀ ਆ, ਉਹਦਾ ਨਿੱਘ ਉਹਨੂੰ ਬਹੁਤ ਅੱਛਾ ਲੱਗਦਾ, ਤੇ ਮਾਂ ਗੁਣਗੁਣਾਉਂਦੀ ਆ, ਮੇਰੀ ਪਿਆਰੀ ਰਾਣੀ ਬੇਟੀ ਜਾਂ ਰਾਜਾ ਬੇਟਾ। ਸੋ ਮੁੱਢਲੇ ਪੱਖ ਤੋਂ ਹੀ ਜਿਹੜੀ ਬੌਂਡਿੰਗ ਆ ਉਹ ਬਹੁਤ ਜ਼ਰੂਰੀ ਆ। ਔਰ ਅਗਰ ਤੁਸੀਂ ਪੂਰੇ ਸੰਸਾਰ 'ਚ ਦੇਖੋ, ਪਸ਼ੂਆਂ 'ਚ, ਪੰਖੀਆਂ 'ਚ, ਮੱਛੀਆਂ 'ਚ ਇਹ ਬੌਂਡਿੰਗ ਚੱਲਦੀ ਆ ਰਹੀ ਹੈ ਔਰ ਚੱਲਦੀ ਰਹੇਗੀ, ਕਿਉਂਕਿ ਇਹ ਨੇਚਰ ਹੈਗਾ ਔਰ ਇਹ ਕੁਦਰਤ ਦਾ ਬਣਾਇਆ ਇੱਕ ਨਿਯਮ ਹੈਗਾ। ਭਾਵੇਂ ਇਹਦਾ ਹਾਰਮੋਨਲ ਬੇਸਿਸ ਵੀ ਹੈਗਾ, ਲੇਕਿਨ ਇਹ ਇਨਸਟਿੰਕਟ ਹੈਗਾ। ਇਨਸਟਿੰਕਟ ਮੀਨ ਅੰਦਰ ਜਜ਼ਬਾ ਹੈਗਾ। ਹੁਣ ਜਿਹੜਾ ਪੈਰੈਂਟ ਹੈਗਾ, ਉਹਨੂੰ ਕੋਈ ਬਹੁਤੀ ਜ਼ਿਆਦਾ ਵਰੀ ਕਰਨ ਦੀ ਇੰਨੀ ਲੋੜ ਨਹੀਂ ਹੈਗੀ, ਖਾਲੀ ਉਹਨੂੰ ਰੋਲ ਮਾਡਲ ਬਣਨ ਦੀ ਰੋਲ ਹੈਗੀ ਆ। ਜਿਹੜਾ ਬੱਚਾ ਹੈ ਨਾ, ਉਹਦਾ ਹੀਰੋ ਤੇ ਹੀਰੋਇਨ ਉਹਦੇ ਮਾਂ ਔਰ ਬਾਪ ਆ। ਉਹਨੂੰ ਨਹੀਂ ਪਤਾ ਜੇ ਮੂਵੀ ਥੀਏਟਰ 'ਚ ਕਿਹੜਾ ਬਹੁਤ ਕਲਾਕਾਰ ਤੁਸੀਂ ਉਹਨੂੰ ਬਹੁਤ ਸਹਿਰਾਂਦੇ ਹੋ ਜਾਂ ਲਾਈਕ ਕਰਦੇ ਹੋ, ਉਹਦੇ ਲਈ ਤੁਸੀਂ ਹੀਰੋ ਔਰ ਹੀਰੋਇਨ ਆ। ਔਰ ਜਦੋਂ ਵੀ ਕੋਈ ਵੀ ਸਮੱਸਿਆ ਆਉਂਦੀ ਔਰ ਬੱਚਾ ਸਵਾਲ ਪੁੱਛਦਾ, ਤੇ ਉਹਦਾ ਜਵਾਬ ਜ਼ਰੂਰ ਦਿਆ ਕਰੋ। ਔਰ ਜਵਾਬ ਦਾ ਅਗਰ ਨਹੀਂ ਪਤਾ ਤੇ ਗਲਤ ਨਾ ਦਿਓ। ਉਹਨੂੰ ਕਹੋ, ਬੱਚੇ ਦੇਖ, ਮੈਨੂੰ ਇਸ ਵੇਲੇ ਨਹੀਂ ਪਤਾ, ਮੈਂ ਇਹਦਾ ਖੋਜ ਕਰਕੇ ਫਿਰ ਤੁਹਾਨੂੰ ਦਊਂਗਾ। ਕਿਉਂਕਿ ਜਿਹੜਾ ਜਵਾਬ ਔਰ ਸਵਾਲ ਕਰਨਾ, ਇਸ ਤੋਂ ਹੀ ਲਰਨਿੰਗ ਸ਼ੁਰੂ ਹੁੰਦੀ ਆ। ਦੂਜੀ ਹੈਗੀ ਆ ਵੀ ਬੱਚਿਆਂ ਦੇ ਨਾਲ ਖੇਡੋ, ਟਾਈਮ ਸਪੈਂਡ ਕਰੋ। ਜਿੰਨਾ ਤੁਸੀਂ ਕੁਆਲਿਟੀ ਟਾਈਮ ਸਪੈਂਡ ਕਰੋਗੇ, ਤੁਸੀਂ ਆਪਣੀ ਬੋਲੀ, ਆਪਣੀ ਸੰਸਕ੍ਰਿਤੀ, ਆਪਣਾ ਧਰਮ, ਆਪਣੇ ਖਿਆਲ, ਆਪਣਾ ਪਿਛੋਕੜ, ਬਾਤਾਂ ਕਰਿਆ ਕਰੋ, ਗੱਲਾਂ ਕਰਿਆ ਕਰੋ। ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਅੰਤਿਸ਼ਕਰਨ ਸਬਕੌਂਸ਼ੀਅਸ ਮਾਈਂਡ 'ਚ ਜਾਂਦੀ ਆ, ਉਹਦੇ ਨਾਲ ਉਹਨਾਂ ਦੀ ਪਰਸਨੈਲਿਟੀ ਬਣਦੀ ਆ। ਸੋ ਜਿਹੜੀ ਮਾਂ ਹੈਗੀ ਆ, ਬਹੁਤ ਵੱਡਾ ਰੋਲ ਉਹ ਨਿਭਾਉਂਦੀ ਆ। ਔਰ ਇਹ ਬੰਦਾ ਜਿਹੜਾ ਹੈਗਾ, ਉਹਨੂੰ ਮਾਂ ਨੂੰ ਬਹੁਤ ਸਪੋਰਟ ਕਰਨਾ ਚਾਹੀਦਾ। ਮੈਂ ਹਮੇਸ਼ਾ ਕਹਿੰਦਾ ਵੀ ਜਿਸ ਘਰ ਦੇ ਜਿਹੜੀ ਮਾਂ ਦੀ ਕਦਰ ਜ਼ਿਆਦਾ, ਉਸ ਘਰ ਦੇ ਵਿੱਚ ਖੁਸ਼ਹਾਲੀ ਜ਼ਿਆਦਾ, ਬੱਚਿਆਂ ਦੇ ਵਿੱਚ ਹਾਸਾ ਜ਼ਿਆਦਾ ਮਿਲੂਗਾ, ਬੱਚਿਆਂ ਦੇ ਮਾਰਕਸ ਅੱਛੇ ਹੋਣਗੇ, ਉਹ ਡਰੱਗਸ, ਸ਼ਰਾਬ, ਗੈਂਗ ਵਾਰਫੇਅਰ 'ਚ ਨਹੀਂ ਜਾਣਗੇ, ਕਿਉਂਕਿ ਉਹ ਇੱਕ ਨਿੱਘ ਮਹਿਸੂਸ ਕਰਦੇ। ਉਹਨੂੰ ਕਹਿੰਦੇ ਆ ਨਰਚਰਿੰਗ। ਤੁਸੀਂ ਦੇਖੋ, ਅਗਰ ਕੋਈ ਬਰਡ ਹੈਗਾ, ਉਹਨੇ ਬੱਚੇ ਦੇਣੇ ਆ, ਤਾਂ ਪਹਿਲੋਂ ਉਹ ਆਪਣਾ ਨੈਸਟ ਬਣਾਊਗਾ, ਤਿਨਕਾ ਨੈਸਟ ਇਕੱਠਾ ਕਰਕੇ ਉਹ ਝਾੜ ਦੇ ਉੱਤੇ ਬਣਾਉਂਦਾ, ਫਿਰ ਉਹਦੇ 'ਚ ਉਹ ਘਾਹ ਰੱਖਦਾ ਵੀ ਜਿਹਦੇ ਵਿੱਚ ਅੰਡੇ ਹੋਣ। ਸੋ ਇਹਨੂੰ ਕਹਿੰਦੇ ਨਰਚਰਿੰਗ। ਔਰ ਇਹ ਜਿਹੜੀ ਹੈਗੀ ਨਰਚਰਿੰਗ, ਇਹ ਸਿਰਫ
ਪੈਰੈਂਟਸ ਦੇ ਸਕਦੇ ਆ, ਗ੍ਰੈਂਡ ਪੈਰੈਂਟਸ ਦੇ ਸਕਦੇ ਆ, ਤੁਹਾਡੀ ਐਕਸਟੈਂਡਡ ਫੈਮਿਲੀ ਦੇ ਸਕਦੀ ਆ। ਅੱਜ ਜੂਨ ਪਹਿਲੀ ਯੂਨਾਈਟਿਡ ਨੇਸ਼ਨਸ ਨੇ ਇਹਨੂੰ ਗਲੋਬਲ ਪੈਰੈਂਟ ਡੇ ਆਖਿਆ, ਕਿਉਂਕਿ ਪੈਰੈਂਟਸ ਬਹੁਤ ਵੱਡੀ ਕੁਰਬਾਨੀ ਕਰਦੇ ਆ ਜੀ। ਉਹ ਨਿਸਵਾਰਥ ਨਿਸ਼ਕਾਮ ਹੋ ਕੇ ਅਨਕੰਡੀਸ਼ਨਲ ਲਵ ਹੁੰਦਾ ਉਹਨਾਂ ਦਾ। ਇਹ ਨਹੀਂ ਹੁੰਦਾ ਵੀ ਅਸੀਂ ਜਿਹੜਾ ਪਿਆਰ ਔਰ ਮੋਹ ਬੱਚਿਆਂ ਦੇ ਲਈ ਕਰ ਰਹੇ ਹਾਂ ਉਹ 'ਚ ਬੱਚੇ ਸਾਨੂੰ ਕੁਝ ਰਿਟਰਨ 'ਚ ਕੁਝ ਪੈਸੇ ਦੇਣ ਜਾਂ ਕੁਝ ਹੋਰ ਦੇਣ, ਉਹਨਾਂ ਦਾ ਅਨਕੰਡੀਸ਼ਨਲ ਹੁੰਦਾ। ਦੂਜੀ ਗੱਲ ਹੈਗੀ ਵੀ ਅੱਜ ਦੇ ਦਿਨ ਬੱਚਿਆਂ ਨੂੰ ਵੀ ਮਾਂ-ਬਾਪ ਦਾ ਜਿਹੜਾ ਹੈਗਾ ਸਤਿਕਾਰ ਕਰਨਾ ਚਾਹੀਦਾ, ਉਹਨਾਂ ਨੂੰ ਅੱਛੇ ਬੋਲ ਬੋਲਣੇ ਚਾਹੀਦੇ ਆ, ਉਹਨਾਂ ਨੂੰ ਕਹਿਣਾ ਚਾਹੀਦਾ, ਥੈਂਕ ਯੂ ਕਹਿਣਾ ਚਾਹੀਦਾ, ਉਹਨਾਂ ਨੂੰ ਜੱਫੀ ਪਾਉਣੀ ਚਾਹੀਦੀ ਆ, ਉਹਨਾਂ ਨੂੰ ਉਹਨਾਂ ਦੀ ਜਿਹੜੀ ਕੁਰਬਾਨੀ ਆ ਉਹਦੇ ਉੱਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ। ਔਰ ਖਾਸ ਕਰਕੇ ਹੁਣ ਜਦੋਂ ਕੋਵਿਡ-19 ਦਾ ਟਾਈਮ ਹੈਗਾ, ਦੇਖੋ ਮਾਂ-ਬਾਪ ਬੜੀ ਔਖਿਆਈ ਤੋਂ ਲੰਘ ਰਹੇ ਆ, ਕਈਆਂ ਦੀ ਜੌਬਾਂ ਟਾਈਟ ਆ, ਕਈ ਸਟਿਲ ਕੰਮ ਤੇ ਜਾ ਰਹੇ ਆ। ਸਟਿਲ ਕਿਉਂ ਕਰ ਰਹੇ ਆ? ਕਿਉਂਕਿ ਬੱਚਿਆਂ ਨੂੰ ਪਾਲਣ ਵਾਸਤੇ, ਤਾਂ ਕਿ ਉਹਨਾਂ ਦਾ ਭਵਿੱਖ ਜਿਹੜਾ ਹੈਗਾ ਉਹ ਵਧੀਆ ਹੋਵੇ। ਸੋ ਅਗੇਨ ਪੈਰੈਂਟਿੰਗ ਜਿਹੜੀ ਹੈਗੀ ਆ ਕੋਈ ਖਾਸ ਵੱਡਾ ਹਊਆ ਨਹੀਂ ਹੈਗਾ। ਮੇਰੇ ਮਦਰ ਚੌਥੀ 'ਚ ਪੜ੍ਹਦੇ ਸੀ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ, ਉਹਦੇ ਬਾਅਦ ਗਰੀਬੀ ਇੰਨੀ ਸੀ ਘਰ, ਉਹ ਸਕੂਲ ਨਹੀਂ ਜਾ ਸਕੇ, ਉਹਨਾਂ ਦੀ ਐਜੂਕੇਸ਼ਨ ਚੌਥੀ ਤੱਕ ਆ, ਲੇਕਿਨ ਉਹਨਾਂ ਦੀ ਪੈਰੈਂਟਿੰਗ ਤੁਹਾਡੇ ਸਾਹਮਣੇ ਬੈਠੀ ਆ ਇੱਕ ਡਾਕਟਰ ਦੇ ਰੂਪ 'ਚ। ਔਰ ਮੇਰੇ ਫਾਦਰ ਜਿਹੜੇ ਹੈਗੇ ਆ ਉਹ 10ਵੀਂ ਪੜ੍ਹੇ ਸੀ, ਲੇਕਿਨ ਅਗੇਨ ਰੋਜੀ ਰੋਟੀ ਦਾ ਮਸਲਾ ਸੀ, ਬੰਬੇ ਫਿਰ ਚਲੇ ਗਏ ਕਿਉਂਕਿ ਸਾਡੇ ਤਾਇਆ ਜੀ ਨੇ ਉੱਥੇ ਬਿਜ਼ਨਸ ਸ਼ੁਰੂ ਕੀਤਾ ਸੀ। ਸੋ ਇਸ ਲਈ ਐਜੂਕੇਸ਼ਨ ਦਾ ਪੈਰੈਂਟਿੰਗ ਦੇ ਨਾਲ ਕੁਝ ਲੈਣਾ ਦੇਣਾ ਨਹੀਂ ਹੈਗਾ। ਪੈਰੈਂਟਿੰਗ ਦਾ ਹੈਗਾ ਵੀ ਤੁਸੀਂ ਆਪਣੇ ਬੱਚੇ ਦੇ ਲਈ ਹਾਜ਼ਰ ਹੋ, ਜਦੋਂ ਉਹਨੂੰ ਕ੍ਰਾਈਸਿਸ ਹੈਗੀ ਆ ਤੁਸੀਂ ਉਹਦੀ ਗੱਲ ਸੁਣ ਸਕਦੇ ਹੋ। ਅਗਰ ਬੱਚੇ ਨੇ ਕੋਈ ਗਲਤੀ ਕੀਤੀ ਹੈ, ਦੇਖੋ ਅਸੀਂ ਗਲਤੀ ਕਰਕੇ ਸਿੱਖਦੇ, ਬੱਚੇ ਨੇ ਗਲਤੀ ਕੀਤੀ ਆ, ਤੁਸੀਂ ਉਹਨੂੰ ਸੁਣ ਕੇ ਬਜਾਏ ਕਿ ਉਹਦੇ ਨਾਲ ਖਫਾ ਹੋ ਕੇ ਤੁਸੀਂ ਉਹਨੂੰ ਸਹੀ ਰਸਤਾ ਦੱਸ ਸਕਦੇ ਹੋ ਕਿ ਬੱਚਾ ਤੁਹਾਡੇ ਨਾਲ ਦਿਲ ਦੀ ਸਾਂਝ ਕਰ ਸਕਦਾ। ਬਹੁਤ ਇੰਪੋਰਟੈਂਟ ਗੱਲ ਆ। ਤੁਸੀਂ ਦੇਖੋ ਜਸਕਰਨ ਜੀ, ਇੱਥੋਂ ਦੀ ਅਗਰ ਆਪਾਂ ਵੈਂਕੂਵਰ ਜਾਣਾ ਤੇ ਸਾਡੇ ਕੋਲ ਕੁਝ ਬ੍ਰਿਜਿਸ ਹੈਗੇ ਆ, ਫਰੇਜ਼ਰ ਬ੍ਰਿਜ ਆ, ਪਟੋਲੋ ਆ, ਪੋਰਟਮੈਨ ਆ, ਰੇਲਵੇ ਦਾ ਆ, ਅਸੀਂ ਮਲਟੀਪਲ ਸੋਰਸਿਸ ਦੇ ਨਾਲ ਜਾ ਸਕਦੇ ਹਾਂ। ਉੱਦਾਂ ਹੀ ਬੱਚੇ ਦੇ ਨਾਲ ਤੁਸੀਂ ਮਲਟੀਪਲ ਬ੍ਰਿਜਿਸ ਬਣਾ ਸਕਦੇ ਹੋ। ਅਗਰ ਇੱਕ ਬ੍ਰਿਜ 'ਚ ਟ੍ਰੈਫਿਕ ਅੜੀ ਆ ਤੇ ਦੂਜਾ ਬ੍ਰਿਜ ਦੇ ਨਾਲ ਟ੍ਰੈਫਿਕ ਆਪਣੀ ਗੱਲ ਬਣਾਈ ਜਾ ਸਕਦੀ ਆ। ਔਰ ਬੱਚਾ ਜ਼ਰੂਰੀ ਨਹੀਂ ਆ ਵੀ ਤੁਹਾਡੇ ਘਰ ਹੀ ਹੋਣਾ ਚਾਹੀਦਾ, ਬੱਚਾ ਤੁਹਾਡਾ ਕਿੱਥੇ ਵੀ ਵਰਲਡ 'ਚ ਹੋਵੇ ਉਹਦੇ ਨਾਲ ਬ੍ਰਿਜ ਬਣਾਇਆ ਜਾ ਸਕਦਾ। ਉਹ ਹੈਗੀ ਦਿਲਾਂ ਦੀ ਸਾਂਝ, ਮੁਹੱਬਤ ਦੀ, ਸਕੂਨ ਦੀ, ਰਿਸਪੈਕਟ ਦੀ, ਸ਼ਰਧਾ ਦੀ, ਭਾਵਨਾ ਦੀ। ਜੀ ਡਾਕਟਰ ਸਾਹਿਬ, ਬਿਲਕੁਲ ਜੀ, ਪੂਰਨ ਰੂਪ ਦੇ ਵਿੱਚ ਤੁਹਾਡੇ ਨਾਲ ਡਾਕਟਰ ਸਹਿਮਤ। ਔਰ ਬਹੁਤ ਵਧੀਆ ਗੱਲ ਤੁਸੀਂ ਇਸ ਮਾਮਲੇ ਦੇ ਉੱਤੇ ਸਾਨੂੰ ਕਲੀਅਰ ਵੀ ਕੀਤਾ। ਡਾਕਟਰ ਸਾਹਿਬ, ਅਸੀਂ ਆਉਂਦੇ ਹਾਂ ਸਾਡਾ ਦੂਜਾ ਮੁੱਦਾ ਜਿਹੜਾ ਤੁਹਾਡੇ ਕੋਲ ਜਾਣਕਾਰੀ ਲੈਣ ਦਾ, ਕੋਵਿਡ-19। ਅਸੀਂ ਵੀਕਐਂਡ ਤੋਂ ਬਾਅਦ ਅੱਜ ਗੱਲਬਾਤ ਕਰ ਰਹੇ ਹਾਂ ਤੁਹਾਡੇ ਨਾਲ 3 ਦਿਨ ਤੋਂ ਬਾਅਦ। ਕੀ ਸਥਿਤੀ ਹੈ ਇਸ ਵੇਲੇ ਡਾਕਟਰ ਸਾਹਿਬ? ਅਸੀਂ ਕਿੱਥੇ ਦੁਨੀਆ ਕਿੱਥੇ ਸਟੈਂਡ ਕਰ ਰਹੀ ਹੈ, ਔਰ ਖਾਸ ਕਰ ਅਮਰੀਕਾ ਤੇ ਇੰਡੀਆ ਜੀ, ਕੈਨੇਡਾ ਦੇ ਨਾਲ ਜ਼ਰੂਰ ਦੱਸਿਓ। ਕੈਨੇਡਾ ਦੇ ਵਿੱਚ ਜਿਹੜੀ ਪੀਕ ਹੈਗੀ ਹੈ ਜਸਕਰਨ ਜੀ, ਕਰੀਬਨ ਮਿਡ ਟੂ ਐਂਡ ਆਫ ਅਪ੍ਰੈਲ ਹੋ ਚੁੱਕੀ ਹੈ। ਉਸ ਦੇ ਬਾਅਦ ਹੁਣ ਆਪਾਂ ਡਿਕਲਾਈਨ 'ਚ ਹਾਂ ਔਰ BC ਸਭ ਤੋਂ ਵਧੀਆ ਪਰਫਾਰਮ ਹੋ ਰਿਹਾ। ਅਗੇਨ ਪਿਛਲੇ 2 ਦਿਨਾਂ 'ਚ ਇੱਕੋ ਹੀ ਮੌਤ ਹੋਈ ਆ ਔਰ 24 ਕੇਸਿਸ ਆਏ ਆ 48 ਘੰਟੇ 'ਚ। ਔਰ ਸਾਡੀ ਰਿਕਵਰੀ ਰੇਟ ਆਲਮੋਸਟ 85% ਦੇ ਲੱਗੇ ਅੱਪੜ ਗਈ ਆ ਬ੍ਰਿਟਿਸ਼ ਕੋਲੰਬੀਆ 'ਚ। ਕੈਨੇਡਾ ਭਰ 'ਚ ਕਰੀਬਨ 45 ਤੋਂ 50% ਦੇ ਲੱਗੇ ਜਾਂ ਉਸ ਤੋਂ ਵੀ ਜ਼ਿਆਦਾ। ਔਰ ਵੱਡਾ ਮਸਲਾ ਟੋਰਾਂਟੋ ਔਰ ਫਿਰ ਮੌਂਟਰੀਅਲ ਦੇ ਲਾਗੇ 'ਚ ਅੱਗੇ ਆ। ਟੋਰਾਂਟੋ ਦੇ ਏਰੀਆ 'ਚ, ਪੀਲ ਔਰ ਯਾਰਕ ਏਰੀਆ 'ਚ ਕੁਝ 700 ਸੈਂਪਲ ਸੀ ਮਿਡਲ ਆਫ ਅਪ੍ਰੈਲ। ਉਹਨਾਂ ਦੀ ਲੇਬਲਿੰਗ ਸਹੀ ਨਹੀਂ ਹੋਈ, ਇਸ ਕਰਕੇ ਉਹ ਪੋਜ਼ਿਟਿਵ ਟੈਸਟ ਦੇ ਕੰਟੈਕਟ ਜਿਹੜੇ ਹੈਗੇ ਆ ਉਹ ਟਰੇਸ ਨਹੀਂ ਹੋ ਪਾਏ। ਕਈ ਵਾਰ ਹੋ ਜਾਂਦਾ, ਦੇਖੋ ਜਦੋਂ ਇਹੋ ਜਿਹੀ ਸਿਚੁਏਸ਼ਨ ਹੋਏ ਕਮਿਊਨੀਕੇਸ਼ਨ ਨਹੀਂ ਹੁੰਦਾ। ਅਮਰੀਕਾ ਦੇ ਵਿੱਚ ਈਲਾਈ ਲਿਲੀ ਕਰਕੇ ਕੰਪਨੀ ਹੈਗੀ ਆ ਜਿਹੜੀ ਬਹੁਤ ਵੱਡੀ ਦਵਾਈਆਂ ਬਣਾਉਂਦੀ ਆ, ਉਹਨਾਂ ਨੇ ਵੈਂਕੂਵਰ ਦੀ ਕੰਪਨੀ ਦੇ ਨਾਲ ਸੰਧੀ ਕੀਤੀ ਆ, ਐਬਸੈਲਰਾ। ਇਹ ਹੈਗੀ ਆ ਬਾਇਓਟੈਕ ਕੰਪਨੀ। ਤਾਂ ਜਿੱਦਾਂ ਹੁਣ ਪਤਾ ਲੱਗ ਰਿਹਾ ਵੀ ਜਿਹਨੂੰ ਕੋਵਿਡ-19 ਹੁੰਦਾ ਉਹਦੇ ਵਿੱਚ 99.5% ਮੇਰੇ ਖਿਆਲ ਨਾਲ ਕਹਿ ਲਓ ਵੀ 100% ਲੋਕਾਂ 'ਚ ਕੁਛ ਨਾ ਕੁਛ ਐਂਟੀਬੋਡੀਜ਼ ਬਣਦੀਆਂ। ਔਰ ਉਹ ਐਂਟੀਬੋਡੀ 3 ਹਫ਼ਤੇ ਬਾਅਦ ਮੈਕਸਿਮਮ 'ਚ ਹੁੰਦੀ ਆ। ਫਿਰ ਇੰਨਾ ਵੀ ਪਤਾ ਲੱਗ ਗਿਆ ਵੀ ਉਹ ਕਰੀਬਨ 60 ਦਿਨ ਤੱਕ ਰਹਿੰਦੀ ਆ, ਉਸ ਤੋਂ ਗਾਂਹ ਵੀ ਰਹਿ ਸਕਦੀ, ਸਾਨੂੰ ਨਹੀਂ ਪਤਾ, ਲੇਕਿਨ ਇੰਨਾ ਤਾਂ ਨੌਲੇਜ ਹੋ ਗਈ ਆ। ਸੋ ਜਿਹੜਾ ਕੋਵਿਡ-19 ਦਾ ਵਿਅਕਤੀ ਜਿਹਨੂੰ ਇਨਫੈਕਸ਼ਨ ਹੋ ਹਟਿਆ ਉਹਦੇ ਵਿੱਚ ਮਿਲੀਅਨਸ ਆਫ ਉਹ ਐਂਟੀਬੋਡੀਜ਼ ਹੁੰਦੀਆਂ। ਸੋ ਉਹ ਐਂਟੀਬੋਡੀ ਬਲੱਡ ਸੈਂਪਲ ਤੋਂ ਲੈ ਕੇ ਉਹਨੂੰ ਫਿਰ ਜਿਹੜੀ ਹੈਗੀ ਬਾਇਓਟੈਕ ਤਰੀਕੇ ਦੇ ਨਾਲ ਹੋਰ ਵਧੀਆ ਬਣਾਉਣਾ ਤਾਂ ਕਿ ਉਹ ਟੋਲਰੇਟ ਹੋਏ। ਸ਼ੁਰੂ ਹੋ ਰਹੀ ਹੈ ਟਰਾਇਲ ਅਮਰੀਕਾ 'ਚ ਇਸ ਹਫ਼ਤੇ ਤੋਂ ਹੀ। ਈਲਾਈ ਲਿਲੀ ਉਹਦਾ ਪਹਿਲਾਂ ਸੇਫਟੀ ਪ੍ਰੋਫਾਈਲ ਦੇਖਣਗੇ, ਫਿਰ ਉਹ ਦੇਖਣਗੇ ਵੀ ਉਹ ਵਾਕਈ ਕੰਮ ਕਰਦੀ ਕਿ ਨਹੀਂ ਕਰਦੀ। ਕੁਛ ਇੱਕ ਜਿਹੜੇ ਹੈਗੇ ਆ ਆਟੋ ਇਮਿਊਨ ਡਿਜ਼ੀਜ਼ ਜਿੱਦਾਂ ਲਿਊਪਸ ਹੋਏ, ਰੂਮੇਟੋਇਡ ਆਰਥਰਾਈਟਿਸ ਹੋਵੇ, ਇਹਨਾਂ 'ਚ ਆਲਰੇਡੀ ਟਰਾਈ ਕੀਤੀ ਜਾ ਚੁੱਕੀ ਹੈ ਔਰ ਗੁੱਡ ਰਿਜ਼ਲਟਸ ਆਉਂਦੇ ਆ। ਕੁਛ ਵਾਇਰਲ ਇਨਫੈਕਸ਼ਨਸ 'ਚ ਵੀ ਜਿੱਦਾਂ HIV ਹੋ ਗਿਆ, ਇਹਦੇ ਵਿੱਚ ਵੀ ਟਰਾਈ ਕੀਤੀ ਗਈ ਆ।
ਸੋ ਇਹ ਇੱਕ ਨਵਾਂ ਐਵਨਿਊ ਹੈਗਾ। ਦੂਜਾ ਟੋਰਾਂਟੋ ਤੋਂ ਹੀ ਸੇਂਟ ਮਾਈਕਲ ਹਸਪੀਟਲ ਹੈਗਾ, ਡਾਕਟਰ ਪ੍ਰਸ਼ਾਂਤ ਝਾ ਕਰਕੇ, ਜਿਹੜੇ ਹਿੰਦੁਸਤਾਨ ਤੋਂ ਟ੍ਰੇਨਿੰਗ ਕਰਕੇ ਇੱਥੇ ਆਏ ਸੀ, ਉਹਨਾਂ ਨੂੰ ਫੰਡਿੰਗ ਮਿਲੀ ਆ ਵੀ 10,000 ਐਂਟੀਬਾਡੀ ਟੈਸਟਿੰਗ ਦੀ ਜਿਹੜੀ ਕਿਟਸ ਆ ਉਹਨਾਂ ਨੇ ਮੇਲ ਕਰਨੀ ਆ, ਔਰ ਇਹ ਰੈਂਡਮ ਸਿਲੈਕਸ਼ਨ ਹੋਊਗਾ 18 ਸਾਲ ਤੋਂ ਲੈ ਕੇ 85 ਸਾਲ ਦੀ ਉਮਰ ਤੱਕ, ਔਰ ਇਹਦੇ ਵਿੱਚ ਘੱਟ ਤੋਂ ਘੱਟ 4,000 ਜਿਹੜੇ ਟੈਸਟ ਆ ਉਹ 60 ਸਾਲ ਤੋਂ ਵਧੇਰੀ ਉਮਰ ਦੇ ਕੀਤੇ ਜਾਣਗੇ। ਦੇਖੋ ਅਜੇ ਵੀ ਸਾਡੇ ਕੋਲ, ਅਸੀਂ ਕਹਿ ਰਹੇ ਹਾਂ 95,000 ਪੋਜ਼ਿਟਿਵ ਕੇਸਿਸ ਹੈਗੇ ਆ, ਇੰਨੀਆਂ ਰਿਕਵਰੀ ਆ, ਇੰਨੀਆਂ ਮੌਤਾਂ, ਲੇਕਿਨ ਮੁੱਢਲੇ ਦਿਨਾਂ ਤੇ ਟੈਸਟਿੰਗ ਨਹੀਂ ਹੋਈ। ਟੈਸਟਿੰਗ ਉਦੋਂ ਹੀ ਕੀਤੀ ਜਾਂਦੀ ਸੀ ਅਗਰ ਕੋਈ ਬਹੁਤ ਜ਼ਿਆਦਾ ਸਿੱਕ ਹੁੰਦਾ ਸੀ, ਹਸਪੀਟਲ 'ਚ ਆਉਣਾ ਜਾਂ ਉਹਨੂੰ ਐਡਮਿਟ ਕੀਤਾ ਜਾਂਦਾ ਸੀ, ਜਾਂ ਫਰੰਟ ਲਾਈਨ ਵਰਕਰ। ਹੁਣ ਜਦੋਂ ਟੈਸਟਿੰਗ ਅਵੇਲੇਬਲ ਆ, 6% ਕੈਨੇਡੀਅਨ ਕਹਿੰਦੇ ਅਸੀਂ ਕਰਾਉਣੀ ਨਹੀਂ ਆ, ਉਹਨਾਂ ਕਹਿੰਦੇ ਵੀ ਸਾਨੂੰ ਸ਼ਾਇਦ ਕੋਵਿਡ ਦੇ ਲੱਛਣ ਹੋਏ ਹੋਣ, ਸਾਨੂੰ ਹੋ ਵੀ ਗਿਆ ਹੋਵੇ। ਸੋ 6% ਬਣਦਾ ਕਰੀਬਨ 2 ਮਿਲੀਅਨ। ਸੋ ਇਹ ਪਹਿਲਾ ਪਾਇਲਟ ਪ੍ਰੋਜੈਕਟ ਆ ਵੀ 10,000 ਉਹਨਾਂ ਨੇ ਕਿਟਸ ਭੇਜਣੀਆਂ ਐਂਟੀਬਾਡੀ ਟੈਸਟਿੰਗ ਕਰਕੇ, ਵੀ ਤੁਹਾਡੇ ਲਹੂ ਦਾ ਤੁਪਕਾ ਉਹਦੇ ਤੋਂ ਹੀ, ਉਸ ਤੋਂ ਇੱਕ ਥੋੜਾ ਬਹੁਤ ਡੇਟਾ ਮਿਲੂਗਾ, ਕਿਉਂਕਿ ਕਈ ਜਗ੍ਹਾ 'ਚ ਅਮਰੀਕਾ 'ਚ 30 ਤੋਂ 40% ਲੋਕਾਂ 'ਚ ਆ ਰਿਹਾ ਸੀ ਵੀ ਉਹਨਾਂ ਨੂੰ ਐਂਟੀਬਾਡੀ ਹੋਈ ਆ, ਕਈ ਜਗ੍ਹਾ 50% ਆ ਰਿਹਾ ਸੀ। ਸੋ ਸਾਨੂੰ ਪਹਿਲੀ ਵਾਰ ਸ਼ਾਇਦ ਪਤਾ ਲੱਗੂਗਾ ਵੀ ਕੈਨੇਡਾ ਦੇ ਵਿੱਚ ਕਿੰਨੇ ਲੋਕਾਂ ਨੂੰ ਕੋਵਿਡ ਹੋ ਚੁੱਕਿਆ, ਕਿਉਂਕਿ ਇਹ ਡੇਟਾ ਜਾਣਨਾ ਬਹੁਤ ਜ਼ਰੂਰੀ ਹੈ। ਲੇਕਿਨ ਅਗੇਨ ਇਹ ਕੋਈ ਤੁਹਾਡਾ ਕੀ ਕਹਿੰਦੇ ਇਮਿਊਨਿਟੀ ਪਾਸਪੋਰਟ ਨਹੀਂ ਹੈਗਾ ਵੀ ਅਗਰ ਤੁਹਾਡਾ ਟੈਸਟ ਪੋਜ਼ਿਟਿਵ ਆਉਂਦਾ ਵੀ ਹਾਂ ਵੀ ਤੁਸੀਂ ਪੂਰੀ ਉਮਰ ਹੁਣ ਪ੍ਰੋਟੈਕਟਿਡ ਹੋ ਗਏ। ਇਹ ਸਿਰਫ ਇਨਵੈਸਟੀਗੇਸ਼ਨਲ ਆ, ਇੱਕ ਅਟਾ ਸਟਾ ਪਹਿਲੇ ਫੇਜ਼ 'ਚ ਲਾਉਣ ਵਾਲੀ ਗੱਲ ਆ। ਔਰ ਡਾਕਟਰ ਜਹਾ ਕਹਿੰਦੇ ਆ ਵੀ ਮੈਨੂੰ ਅਗਰ ਫੰਡਿੰਗ ਮਿਲੇ ਤੇ ਮੈਂ 1 ਲੱਖ ਵਿਅਕਤੀਆਂ ਦੀ ਕਰਨਾ ਚਾਹੁੰਦਾ। ਬ੍ਰਾਜ਼ੀਲ ਬੜਾ ਹੌਟਸਪੌਟ ਬਣ ਗਿਆ, ਉਹਦੇ ਵਿੱਚ ਕੇਸਿਸ ਜ਼ਿਆਦਾ ਆ, ਮੌਤਾਂ ਦੀ ਦਰ ਵੱਧ ਰਹੀ ਆ। ਰਸ਼ੀਆ 'ਚ ਕੇਸਿਸ ਬਹੁਤ ਜ਼ਿਆਦਾ ਵੱਧ ਗਏ, ਲੇਕਿਨ ਮੌਤਾਂ ਇੰਨੀਆਂ ਨਹੀਂ ਹੋ ਰਹੀਆਂ। ਮੈਂ ਕੱਲ ਫੇਰ ਬੰਬੇ ਫੋਨ ਕੀਤਾ ਸੀ, ਹੁਣ ਉੱਥੇ ਮਨਜ਼ੂਰੀ ਮਿਲ ਗਈ ਆ ਵੀ ਪ੍ਰਾਈਵੇਟ ਕੁਝ ਹਸਪੀਟਲ ਦੇ ਵਿੱਚ ਵੀ COVID-19 ਦੇ ਪੇਸ਼ੈਂਟ ਐਡਮਿਟ ਕਰ ਸਕਦੇ, ਕਿਉਂਕਿ ਗਵਰਨਮੈਂਟ ਹਸਪੀਟਲ ਤਾਂ ਓਵਰਲੋਡ ਹੋ ਗਏ। ਤੁਸੀਂ ਸੋਸ਼ਲ ਮੀਡੀਆ 'ਚ ਵੀ ਦੇਖਿਆ ਹੋਣਾ ਵੀ ਬੈਡਸ ਜਿਹੜੇ ਹੈਗੇ ਆ ਉਹ ਭਾਵੇਂ ਥੱਲੇ ਲੋਕੀ ਆ ਪਏ ਹੋਏ ਆ ਮੈਟ ਤੇ, ਉਹਨਾਂ ਦਾ ਇਲਾਜ ਹੋ ਰਿਹਾ, ਬੈੱਡ ਦੇ ਵਿੱਚ ਕੈਪੈਸਿਟੀ ਨਹੀਂ ਹੈਗੀ ਪਬਲਿਕ ਹਸਪੀਟਲ 'ਚ। ਸੋ ਕੁਛ ਪ੍ਰਾਈਵੇਟ ਹਸਪੀਟਲਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਆ। ਲੇਕਿਨ ਹਾਸੋਂ ਵਾਲੀ ਗੱਲ ਇਹ ਆ ਵੀ ਹਿੰਦੁਸਤਾਨ ਦੇ ਵਿੱਚ 50% ਜਿਹੜੇ ਡਾਕਟਰ ਆ ਉਹ ਇਹ ਸੋਚਦੇ ਆ ਵੀ ਇਹ ਲੈਬ ਮੈਨੂਫੈਕਚਰਡ ਵਾਇਰਸ ਆ। ਮੈਂ ਪੁੱਛਿਆ ਵੀ ਦੱਸੋ ਕਿਉਂ, ਉਹ ਕਹਿੰਦੇ ਆ ਵੀ ਇਹ ਵਾਇਰਸ ਠੰਡ ਨੂੰ ਵੀ ਸਹਾਰ ਲੈਂਦਾ ਤੇ ਇਹ ਗਰਮੀ, ਕਿਉਂਕਿ ਇਸ ਵੇਲੇ ਬੰਬੇ 35 ਤੋਂ 40 ਡਿਗਰੀ, ਗਰਮੀ ਨੂੰ ਵੀ ਸਹਾਰ ਰਿਹਾ ਵੀ ਇਹ ਨੈਚੁਰਲ ਨਹੀਂ ਹੋ ਸਕਦਾ। ਸੋ ਉਹਨਾਂ ਦੀ ਇੱਕ ਮਨ ਦੀ ਧਾਰਨਾ ਬਣੀ ਹੋਈ ਆ। ਔਰ ਇੱਕ ਹੋਰ ਸਾਹਮਣੇ ਪ੍ਰੋਬਲਮ ਆ ਰਹੀ ਆ ਵੀ ਲੋਕੀ ਉੱਥੇ ਖਿੱਚ ਗਏ ਆ ਵੀ ਅਸੀਂ ਲਾਕਡਾਊਨ 'ਚ ਨਹੀਂ ਰਹਿਣਾ, ਲੋਕੀ ਫੋਲੋ ਨਹੀਂ ਕਰ ਰਹੇ ਫਿਜ਼ੀਕਲ ਡਿਸਟੈਂਸ, ਲੋਕਾਂ ਨੂੰ ਆਪਣੀ ਰੋਜੀ ਰੋਟੀ ਦੀ ਪਈ ਆ, ਉਹ ਕਹਿੰਦੇ ਵੀ ਸਾਡਾ ਪਰਿਵਾਰ ਕੌਣ ਪਾਲੂਗਾ। ਸੋ ਇਹੋ ਜਿਹੇ ਕੁਛ ਪ੍ਰੋਬਲਮਸ ਮੈਨੂੰ ਬੰਬੇ ਤੋਂ ਜਦੋਂ ਮੈਂ ਫੋਨ ਦੇ ਨਾਲ ਗੱਲ ਕੀਤੀ ਕੱਲ, ਮੈਨੂੰ ਉੱਥੋਂ ਮਿਲੇ ਨੇ। ਦੂਜਾ ਜਿਹੜੇ ਵੈਂਕੂਵਰ ਆਰਟ ਗੈਲਰੀ ਹੈ, ਇਹਦੇ ਸਾਹਮਣੇ ਵੀ 2 ਪ੍ਰੋਟੈਸਟ ਹੋਏ ਨੇ। ਇੱਕ ਤਾਂ ਜਾਰਜ ਫਲੋਇਡ ਦਾ, ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਮੈਂ ਉੱਤੇ ਜ਼ਿਆਦਾ ਟਾਈਮ ਨਹੀਂ ਸਪੈਂਡ ਕਰਨਾ, ਤੁਸੀਂ ਬਹੁਤ ਪ੍ਰੋਗਰਾਮ ਕੀਤੇ ਹੋਣਗੇ। ਇੱਕ ਦੂਜਾ ਸੀ ਵੀ ਹਾਂਗਕਾਂਗ ਔਰ ਚਾਈਨਾ ਦਾ ਜਿਹੜਾ ਹੈਗਾ ਇਸ਼ੂ, ਤੇ ਮਾਨਯੋਗ ਸਾਡੇ ਸਿਹਤ ਮੰਤਰੀ ਐਡਰੀਅਨ ਡਿਕ ਸਾਹਿਬ ਨੇ ਵੀ ਕਿਹਾ ਵੀ ਉੱਥੇ ਫਿਜ਼ੀਕਲ ਡਿਸਟੈਂਸਿੰਗ ਨਹੀਂ ਹੋਈ, ਜਿਹੜਾ ਵੀ ਵਿਅਕਤੀ ਉੱਥੇ ਗਿਆ ਉਹ ਟੈਸਟਿੰਗ ਕਰਾ ਸਕਦਾ, ਔਰ ਖਾਸ ਕਰਕੇ ਜਿਨ੍ਹਾਂ ਨੂੰ ਅਗਰ ਸਿੰਪਟਮਸ ਥੋੜੇ ਬਹੁਤ ਵੀ ਹੋਏ ਉਹ ਜ਼ਰੂਰ ਕਰਾਉਣ। ਔਰ ਫਿਊਚਰ 'ਚ ਦੇਖੋ ਰੋਸ ਪ੍ਰਗਟ ਕਰਨਾ ਜਾਇਜ਼ ਹੈ ਔਰ ਤੁਹਾਡਾ ਹੱਕ ਬਣਦਾ, ਲੇਕਿਨ ਹੋਰ ਕੋਈ ਤਰੀਕੇ ਲੱਭੀਏ, ਜਿਵੇਂ ਸੋਸ਼ਲ ਮੀਡੀਆ, ਵੱਡੀਆਂ ਸਕਰੀਨਾਂ ਹੋਣ ਜਿਹਦੇ ਤੁਸੀਂ ਆਪਣੀ ਗੱਲ ਕਰ ਸਕੋ, ਬਜਾਏ ਕਿ ਫਿਜ਼ੀਕਲੀ ਤੁਸੀਂ ਇਕੱਠੇ। ਇਸ ਵੇਲੇ ਅਮਰੀਕਾ ਦੇ ਵਿੱਚ ਤੇ ਅਮਰੀਕਾ ਇਜ਼ ਬਰਨਿੰਗ, ਅਮਰੀਕਾ ਦੇ ਵਿੱਚ ਬਹੁਤ ਸਿਟੀਜ਼ ਦੇ ਵਿੱਚ ਪ੍ਰੋਬਲਮ ਪਈ ਹੋਈ ਆ। ਮੇਰੀ ਬੇਟੀ ਦੱਸਦੀ ਨਿਊਯਾਰਕ ਬਰੁਕਲਿਨ ਦੇ ਇੱਥੇ ਕਈ 3000 ਕਈ ਵਾਰ 5000 ਲੋਕੀ ਇਕੱਠੇ ਆ, ਬਹੁਤ ਹਾਲਾਤ ਖਰਾਬ ਨੇ। ਔਰ ਜੋ ਵੀ ਹੋਇਆ ਗਲਤ ਹੋਇਆ, ਕਿਉਂਕਿ ਨਸਲਵਾਦ ਜਿਹੜਾ ਹੈਗਾ ਇਹਨੂੰ ਆਪਾਂ ਇਕੱਠੇ ਹੋ ਕੇ ਰੇਸਿਜ਼ਮ ਨੂੰ ਬੀਟ ਕਰਨਾ, ਨਾਲੇ ਜਿਹੜੀ ਪੁਲਿਸ ਫੋਰਸ ਆ ਉਹਨੂੰ ਵੀ ਥੋੜਾ ਇੰਪਰੂਵ ਕਰਨਾ ਪਏਗਾ ਆਪਣੇ ਵਰਤੀਵੇਂ 'ਚ। ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ, ਤੁਸੀਂ ਸਮਾਂ ਕੱਢਿਆ, ਸਾਡੇ ਨਾਲ ਗੱਲਬਾਤ ਕੀਤੀ ਔਰ ਸਾਨੂੰ ਅਪਡੇਟ ਤੁਸੀਂ ਰੋਜ਼ਾਨਾ ਦਿੰਦੇ ਹੋ। ਸਾਡੇ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਵੱਲੋਂ ਤੁਹਾਡਾ ਖਾਸ ਤੌਰ 'ਤੇ ਧੰਨਵਾਦ। ਡਾਕਟਰ ਸਾਹਿਬ ਬਹੁਤ ਸਾਰੇ ਫੋਨ ਆਉਂਦੇ ਆ, ਬਹੁਤ ਸਾਰੇ ਮੈਸੇजेस ਆਉਂਦੇ ਆ YouTube 'ਤੇ, Facebook 'ਤੇ, ਕਮੈਂਟਸ ਦੇ ਵਿੱਚ, ਤੁਹਾਡਾ ਉਚੇਚਾ ਧੰਨਵਾਦ ਕਰਦੇ ਨੇ ਜੀ ਸਾਰੇ। ਬਹੁਤ ਬਹੁਤ ਧੰਨਵਾਦ। ਬਟ ਫਿਰ ਮੈਂ ਕਹੂੰਗਾ ਵੀ ਕਿਉਂਕਿ ਅੱਜ ਗਲੋਬਲ ਪੈਰੈਂਟ ਡੇ ਆ, ਅਗਰ ਆਪਾਂ ਇਹਨੂੰ ਗੁਰਬਾਣੀ ਦੇ ਐਂਗਲ ਤੋਂ ਦੇਖੀਏ, ਧੰਨ ਧੰਨ ਪਿਤਾ ਧੰਨ ਧੰਨ ਜਨਨੀ ਜਿਨ ਗੁਰੂ ਜਨਿਆ ਮਾਏ। ਸੋ ਪਿਤਾ ਔਰ ਜਨਨੀ ਦਾ ਫੇਰ ਵੱਡਾ ਗੱਲ ਆ। पूता माता की असीस निमक ना बिसरो तुमको हर हर सदा भजो जगदीश।
ਜਿਹੜੀ ਮਾਂ ਆ ਉਹ ਹਮੇਸ਼ਾ ਹੀ ਚਾਹੁੰਦੀ ਆ ਮੇਰਾ ਬੱਚਾ ਜਿਹੜਾ ਹੈਗਾ ਉਹ ਜੁੜਿਆ ਰਹੇ। ਦੂਜਾ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਅਗਰ ਤੁਸੀਂ ਸਵਰਗ ਚਾਹੁੰਦੇ ਹੋ ਤਾਂ ਆਪਣੇ ਮਾਂ-ਬਾਪ ਦੇ ਚਰਨਾਂ 'ਚ ਝੁਕ ਜਾਓ, ਤੁਹਾਨੂੰ ਜਿਹੜਾ ਉਹ ਬਲੈਸਿੰਗ ਔਰ ਆਸ਼ੀਰਵਾਦ ਮਿਲੂਗਾ, ਤੁਹਾਨੂੰ ਨਿਹਾਲ ਕਰ ਦੂਗਾ। ਮੈਂ ਆਪਣੀ ਜ਼ਿੰਦਗੀ ਦੇ ਵਿੱਚੋਂ ਕਹਿ ਰਿਹਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਦੋਸਤੋ, ਇਹ ਸਨ ਡਾਕਟਰ ਪ੍ਰਗਟ ਸਿੰਘ ਪੁਰ ਜੀ, ਇਹਨਾਂ ਨੇ ਖਾਸ ਸਾਡੇ ਨਾਲ ਗੱਲਬਾਤ ਕੀਤੀ ਔਰ ਕੱਲ੍ਹ ਫਿਰ ਅਸੀਂ ਹਾਜ਼ਰ ਹੋਵਾਂਗੇ ਕੁਛ ਨਵੀਆਂ ਖਬਰਾਂ, ਕੁਛ ਅਪਡੇਟਸ ਤੇ ਡਾਕਟਰ ਪ੍ਰਗਟ ਸਿੰਘ ਪੁਰ ਜੀ ਹੁਣ ਨਾਲ ਕੋਵਿਡ-19 ਉੱਪਰ ਖਾਸ ਗੱਲਬਾਤ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।